bless you all today morning. खुदा थानू सब नु आज सुबह बरकत देवे. We really thank God for this nice time and opportunity. आज ਅਸੀਂ ਸੱਚਮੁੱਚ ਖੁਦਾ ਦੇ ਬਹੁਤ ਹੀ ਧੰਨਵਾਦੀ ਹਾਂ ਇਸ ਮੁਬਾਰਕ ਸਮੇਂ ਦੇ ਲਈ. And I believe the Lord must have talked with your hearts. ਮੈਂ ਵਿਸ਼ਵਾਸ ਕਰਦਾ ਹਾਂ ਕਿ ਖੁਦਾ ਤੁਹਾਡੇ ਹਿਰਦੇ ਨਾਲ ਗੱਲ ਕਰ ਰਿਹਾ ਹੈ. And we are living in a time when the Lord is fulfilling His scriptures. ਔਰ ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਿਸ ਵਿੱਚ ਖੁਦਾ ਆਪਣੇ ਵਚਨ ਨੂੰ ਪੂਰਾ ਕਰ ਰਿਹਾ ਹੈ. I'll call your attention to the book of Matthew chapter 10. ਔਰ ਮੈਂ ਤੁਹਾਡਾ ਧਿਆਨ ਮੱਤੀ 10 ਵੱਲ ਖਿੱਚਣਾ ਚਾਹਾਂਗਾ. And we are going to read from verses 1 to verse 7. ਔਰ ਅਸੀਂ 10 ਅਧਿਆਇ ਦੀ 1 ਤੋਂ 7 ਆਇਤ ਤੱਕ ਪੜਾਂਗੇ. Till verse 8. ਔਰ ਅਸੀਂ 8ਵੀਂ ਆਇਤ ਤੱਕ ਪੜਾਂਗੇ. ਉਸਨੇ ਆਪਣੇ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਅਧਿਕਾਰ ਦਿੱਤਾ ਜੋ ਭ੍ਰਿਸ਼ਟ ਆਤਮਾਵਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ. 12 ਰਸੂਲਾਂ ਦੇ ਇਹ ਨਾਂ ਹਨ. ਪਹਿਲਾ ਸਮੌਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦਾ ਭਰਾ ਅੰਦਰਿਆਸ ਅਤੇ ਜਬਦੀ ਦਾ ਪੁੱਤਰ ਯਾਕੂਬ ਅਤੇ ਉਹਦਾ ਭਰਾ ਯੂਹੰਨਾ, ਫਿਲਿਪੁਸ ਅਤੇ ਬਰਥੁਲਮਈ, ਥੋਮਾ ਅਤੇ ਮੱਤੀ, ਮਸੂਲੀਆ, ਹਲਫਈ ਦਾ ਪੁੱਤਰ ਯਾਕੂਬ ਅਤੇ ਦਥਾਈ, ਸਮੌਨ ਕਨਾਨੀ, ਯਹੂਦਾ ਇਸਕਰਿਓਤੀ ਜਿਸ ਨੇ ਉਹਨੂੰ ਫੜਾ ਦਿੱਤਾ ਸੀ. ਇਹਨਾਂ 12 ਨੂੰ ਯਿਸੂ ਨੇ ਕੱਲਿਆ ਅਤੇ ਉਹਨਾਂ ਨੂੰ ਇਹ ਆਗਿਆ ਦੇ ਕੇ ਕਿਹਾ, ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆਂ ਦੇ ਕਿਸੇ ਨਗਰ ਵਿੱਚ ਨਾ ਵੜਨਾ, ਸਗੋਂ ਇਸਰਾਏਲ ਦੇ ਘਰਾਣਿਆਂ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ ਭਈ ਸਵਰਗ ਦਾ ਰਾਜ ਨੇੜੇ ਆਇਆ ਹੈ. ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਵਾਲੋ, ਕੋੜਿਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ. ਤੁਸੀਂ ਮੁਫਤ ਲਿਆ ਹੈ, ਮੁਫਤ ਹੀ ਦਿਓ. Amen. And then in Mark chapter 16, which we just read yesterday. ਔਰ ਮਰਕੁਸ 16ਵਾਂ ਅਧਿਆਇ ਜੋ ਕਿ ਅਸੀਂ ਕੱਲ ਵੀ ਪੜ੍ਹਿਆ ਸੀ. We'll turn to Mark 16. ਔਰ ਅਸੀਂ ਮਰਕੁਸ 16 ਵਿੱਚ ਜਾਵਾਂਗੇ. And we'll read from verse 14 to verse 18. ਔਰ ਅਸੀਂ 14 ਤੋਂ 18 ਤੱਕ ਪੜਾਂਗੇ. ਇਹਦੇ ਮਗਰੋਂ ਉਸਨੇ ਉਹਨਾਂ 11 ਨੂੰ ਜਾਂ ਉਹ ਖਾਣ ਬੈਠੇ ਸਨ ਵਿਖਾਲੀ ਦਿੱਤਾ ਅਤੇ ਉਹਨਾਂ ਦੀ ਬੇਪਰ ਦਿੱਤੀ ਔਰ ਸਖਤ ਦਿਲੀ ਦਾ ਉਲਾਂਭਾ ਦਿੱਤਾ, ਇਸ ਲਈ ਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਹਨਾਂ ਦੀ ਪ੍ਰਤੀਤਨਾ ਕੀਤੀ. ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ. ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਾ ਕਰੇ ਉਸ ਉਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ. ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਵੀ ਨਾ ਵਿਚਲੇਗਾ. ਅਤੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਰੋਗੀ ਚੰਗੇ ਹੋ ਜਾਣਗੇ. Let's bow down our heads in a word of prayer. ਆਓ ਅਸੀਂ ਪ੍ਰਾਰਥਨਾ ਦੇ ਲਈ ਆਪਣੇ ਸਿਰ ਨੂੰ ਝੁਕਾਉਂਦੇ ਹਾਂ. Sweet Jesus, we come to you once again today morning. ਪ੍ਰਭੂ ਅੱਜ ਸਵੇਰ ਫਿਰ ਅਸੀਂ ਇੱਕ ਵਾਰ ਤੇਰੇ ਚਰਨਾਂ 'ਚ ਆਉਂਦੇ ਹਾਂ. We thank you for blessing us in the previous meetings. ਔਰ ਅਸੀਂ ਧੰਨਵਾਦੀ ਹਾਂ ਕਿ ਤੂੰ ਸਾਨੂੰ ਪਿਛਲੀਆਂ ਸਭਾਵਾਂ ਵਿੱਚ ਬਰਕਤ ਦਿੱਤੀ ਹੈ. And now we pray, Lord, that may you pour your special anointing once again. ਔਰ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਵਾਰ ਫਿਰ ਆਪਣਾ ਮਸਾ ਸਾਡੇ ਉੱਤੇ ਉਡੇਲ, that your power may be operated in your bride. ਤਾਂ ਕਿ ਤੇਰੀ ਦੁਲਹਨ ਦੇ ਅੰਦਰ ਤੇਰੀ ਸ਼ਕਤੀ ਜੀਵਿਤ ਹੋ ਜਾਏ. Lord, I submit my vessel into your hands. ਪ੍ਰਭੂ ਮੈਂ ਆਪਣਾ ਭਾਂਡਾ ਤੇਰੇ ਹੱਥ ਵਿੱਚ ਸਮਰਪਿਤ ਕਰਦਾ ਹਾਂ. May you speak through my body. ਪ੍ਰਭੂ ਤੂੰ ਮੇਰੀ ਦੇਹ ਦੇ ਵਿੱਚੋਂ ਦੀ ਬੋਲ. I pray for brother Robin, Lord. ਔਰ ਪ੍ਰਭੂ ਮੈਂ ਭਾਈ ਰੋਬਿਨ ਦੇ ਲਈ ਵੀ ਦੁਆ ਕਰਦਾ ਹਾਂ. Be with him, Lord, ਉਹਦੇ ਨਾਲ ਹੋ while he is translating this message. ਜਦ ਕਿ ਉਹ ਇਸ ਸੰਦੇਸ਼ ਦਾ ਅਨੁਵਾਦ ਕਰ ਰਿਹਾ ਹੈ. May thy sweet Holy Spirit abound in this place. ਔਰ ਤੇਰਾ ਮధుਰ ਪਵਿੱਤਰ ਆਤਮਾ ਇਸ ਜਗ੍ਹਾ ਤੇ ਮੰਡਰਾਏ. Let every evil and demonic spirit be bound in hell for the day of its destruction. ਔਰ ਹਰੇਕ ਦੁਸ਼ਟ ਆਤਮਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਉਸ ਨਾਸ਼ ਹੋਣ ਦੇ ਦਿਨ ਲਈ ਬੰਦ ਦਿੰਦੇ ਹਾਂ. As we commit ourselves into your hands of grace.
ਔਰ ਅਸੀਂ ਆਪਣਾ ਆਪ ਤੇਰੇ ਕਿਰਪਾ ਵਾਲੇ ਹੱਥ ਵਿੱਚ ਸਮਰਪਿਤ ਕਰਦੇ ਹਾਂ। In the name of Jesus Christ, we ask this prayer. ਯਿਸੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਬੇਨਤੀ ਮੰਗਦੇ ਹਾਂ। Amen and amen. ਆਮੀਨ ਅਤੇ ਆਮੀਨ। You all can be seated. ਤੁਸੀਂ ਸਭ ਬੈਠ ਸਕਦੇ ਹੋ। We're glad to be in the house of the Lord. ਪ੍ਰਭੂ ਦੇ ਘਰ ਵਿੱਚ ਆ ਕੇ ਅਸੀਂ ਬਹੁਤ ਖੁਸ਼ ਹਾਂ। Hallelujah. Amen. ਆਮੀਨ। I like to speak on this subject which I didn't speak yesterday night. ਔਰ ਮੈਂ ਉਸ ਵਿਸ਼ੇ ਤੇ ਬੋਲਣਾ ਚਾਹਾਂਗਾ ਜੋ ਵਿਸ਼ੇ ਦੇ ਉੱਤੇ ਅਸੀਂ ਕੱਲ ਰਾਤ ਗੱਲ ਕੀਤੀ। And to speak on this subject called the Bride's Commission. ਔਰ ਮੈਂ ਇਸ ਵਿਸ਼ੇ ਤੇ ਗੱਲ ਕਰਨਾ ਚਾਹਾਂਗਾ ਦੁਲਹਨ ਦੀ ਸੇਵਕਾਈ। I'd like to speak out to you what the prophet and this word has said. ਔਰ ਮੈਂ ਉਸ ਵਿਸ਼ੇ ਤੇ ਗੱਲ ਕਰਨਾ ਚਾਹਾਂਗਾ ਜੋ ਵਚਨ ਅਤੇ ਨਬੀ ਦੇ ਸੰਦੇਸ਼ ਨੇ ਕਿਹਾ ਹੈ। And this message has to do with every one of us. ਔਰ ਇਸ ਸੰਦੇਸ਼ ਦਾ ਸੰਬੰਧ ਸਾਡੇ ਵਿੱਚੋਂ ਹਰ ਇੱਕ ਦੇ ਨਾਲ ਹੈ। Because as we were seeing yesterday, ਜਦ ਜਿਵੇਂ ਕਿ ਅਸੀਂ ਕੱਲ ਸ਼ਾਮ ਦੇਖ ਰਹੇ ਸੀ, we are called according to his purpose. ਅਸੀਂ ਉਹਦੇ ਮਕਸਦ ਦੇ ਅਨੁਸਾਰ ਬੁਲਾਏ ਗਏ ਹਾਂ। Every member of the bride ਦੁਲਹਨ ਦਾ ਹਰੇਕ ਹਿੱਸਾ has been called according to his purpose. ਉਹਦੇ ਮਕਸਦ ਦੇ ਅਨੁਸਾਰ ਬੁਲਾਇਆ ਗਿਆ ਹੈ। And it is very important for us ਔਰ ਇਹ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਲਈ that we understand that purpose. ਕਿ ਅਸੀਂ ਉਸ ਮਕਸਦ ਨੂੰ ਸਮਝੀਏ। Now, I preached this message in my church, ਇਹ ਸੰਦੇਸ਼ ਮੈਂ ਆਪਣੇ ਚਰਚ ਵਿੱਚ ਪ੍ਰਚਾਰਿਆ, but there are always some new things coming up. ਪਰ ਹਮੇਸ਼ਾ ਕੁਝ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਹਨ। And I'd like to bring out these things to you if I can. ਔਰ ਜੇਕਰ ਹੋ ਸਕੇ ਤੇ ਮੈਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਰੱਖਾਂਗਾ। I like to say this. ਮੈਂ ਕਹਿਣਾ ਚਾਹਾਂਗਾ, Brother Branham said in the message, ਭਾਈ ਬ੍ਰਾਨਮ ਨੇ ਸੰਦੇਸ਼ ਵਿੱਚ ਕਿਹਾ, when we are doing mission work ਜਦੋਂ ਅਸੀਂ ਮਿਸ਼ਨਰੀ ਦਾ ਕੰਮ ਕਰਦੇ ਹਾਂ, on foreign missions, he's saying, ਜਦੋਂ ਅਸੀਂ ਬਾਹਰ ਅੰਦਰ ਜਾ ਕੇ ਸੇਵਕਾਈ ਕਰਦੇ ਹਾਂ, in other words, if I should say it in our context, ਜੇਕਰ ਮੈਂ ਆਪਣੇ ਸ਼ਬਦਾਂ ਵਿੱਚ ਇਸ ਗੱਲ ਨੂੰ ਕਵਾਂ, for us people, I would say, ਔਰ ਸਾਡੇ ਆਪਣੇ ਲੋਕਾਂ ਦੇ ਲਈ ਜੇ ਮੈਂ ਕਵਾਂ, when you are going out to save a soul for Christ, ਜਦੋਂ ਤੁਸੀਂ ਬਾਹਰ ਜਾ ਕੇ ਪ੍ਰਾਣਾਂ ਨੂੰ ਮਸੀਹ ਦੇ ਲਈ ਬਚਾਉਂਦੇ ਹੋ, I mean to bring a man in this message. ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਦੂਸਰੇ ਲੋਕਾਂ ਨੂੰ ਇਸ ਸੰਦੇਸ਼ ਵਿੱਚ ਲਿਆਉਂਦੇ ਹੋ। Brother Branham said, ਭਾਈ ਬ੍ਰਾਨਮ ਨੇ ਕਿਹਾ, with the word of God, ਖੁਦਾ ਦੇ ਵਚਨ ਦੇ ਨਾਲ we know we are always in the will of God. ਅਸੀਂ ਜਾਣਦੇ ਹਾਂ ਕਿ ਫਿਰ ਅਸੀਂ ਹਮੇਸ਼ਾ ਖੁਦਾ ਦੀ ਮਰਜ਼ੀ ਵਿੱਚ ਹੁੰਦੇ ਹਾਂ। You see, without any shadow of doubt, ਔਰ ਬਿਨਾਂ ਕਿਸੇ ਸ਼ੱਕ ਦੇ we know that we are in the will of God when we are going out to bring somebody in the message. ਜਦੋਂ ਅਸੀਂ ਕਿਸੇ ਪ੍ਰਾਣ ਨੂੰ ਸੰਦੇਸ਼ ਵਿੱਚ ਲੈ ਕੇ ਆਉਂਦੇ ਹਾਂ, ਬਿਨਾਂ ਸ਼ੱਕ ਦੇ ਅਸੀਂ ਖੁਦਾ ਦੀ ਇੱਛਾ ਵਿੱਚ ਹੁੰਦੇ ਹਾਂ। And we know that when we are in the will of God, ਔਰ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਖੁਦਾ ਦੀ ਸਿੱਧ ਮਰਜ਼ੀ ਵਿੱਚ ਹੁੰਦੇ ਹਾਂ, then the power of God will operate in our lives. ਫਿਰ ਖੁਦਾ ਦੀ ਸੰਪੂਰਨ ਸ਼ਕਤੀ ਸਾਡੀ ਜ਼ਿੰਦਗੀ ਵਿੱਚ ਹੁੰਦੀ ਹੈ। Now we should understand ਔਰ ਹੁਣ ਸਾਨੂੰ ਸਮਝਣਾ ਚਾਹੀਦਾ ਹੈ that Jesus, when he was here on earth, ਜਦੋਂ ਯਿਸੂ ਮਸੀਹ ਇਸ ਧਰਤੀ ਤੇ ਸੀ, he gave two commissions. ਉਹਨੇ ਦੋ ਆਗਿਆਵਾਂ ਦਿੱਤੀਆਂ। His first commission we read in Matthew 10. ਔਰ ਉਹਦੀ ਪਹਿਲੀ ਆਗਿਆ ਅਸੀਂ ਮੱਤੀ 10 ਵਿੱਚ ਪੜ੍ਹਦੇ ਹਾਂ। Jesus had the ministry, ਯਿਸੂ ਮਸੀਹ ਦੀ ਸੇਵਕਾਈ ਸੀ, but he called certain other people. ਔਰ ਉਹਨੇ ਕੁਝ ਹੋਰ ਲੋਕਾਂ ਨੂੰ ਫਿਰ ਬੁਲਾਇਆ। He called his 12 disciples ਉਹਨੇ 12 ਚੇਲਿਆਂ ਨੂੰ ਸੱਦਿਆ and he elected them. ਔਰ ਉਹਨਾਂ ਨੂੰ ਠਹਿਰਾਇਆ। And he said, I will send you to preach this gospel. ਔਰ ਉਸਨੇ ਕਿਹਾ ਕਿ ਮੈਂ ਤੁਹਾਨੂੰ ਘੱਲਦਾ ਹਾਂ ਇਹ ਖੁਸ਼ਖਬਰੀ ਪ੍ਰਚਾਰ ਕਰਨ ਦੇ ਲਈ। Now Jesus could have done it alone, ਯਿਸੂ ਮਸੀਹ ਇਹ ਕੰਮ ਕੱਲਾ ਵੀ ਕਰ ਸਕਦਾ ਸੀ, but you see that is the nature of God. ਪਰ ਤੁਸੀਂ ਵੇਖੋ ਇਹ ਖੁਦਾ ਦਾ ਸੁਭਾਅ ਹੈ। He wants to use man for his purpose. ਉਹ ਮਨੁੱਖਾਂ ਨੂੰ ਆਪਣੇ ਮਕਸਦ ਦੇ ਲਈ ਵਰਤਣਾ ਚਾਹੁੰਦਾ ਹੈ। That is why he chose ministers. ਇਸੇ ਕਰਕੇ ਉਹ ਸੇਵਕਾਂ ਨੂੰ ਚੁਣਦਾ ਹੈ। He chose disciples. ਉਹਨੇ ਚੇਲਿਆਂ ਨੂੰ ਚੁਣਿਆ।
And he said, you go and spread this gospel. ਉਹਨੇ ਕਿਹਾ ਤੁਸੀਂ ਜਾਓ ਅਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। He sent them 2 by 2. ਉਸਨੇ ਉਹਨਾਂ ਨੂੰ ਦੋ ਦੋ ਕਰਕੇ ਕੱਲਿਆ And he gave them power ਔਰ ਉਹਨਾਂ ਨੂੰ ਸ਼ਕਤੀ ਦਿੱਤੀ that you raise the dead, heal the sick, cleanse the lepers. ਔਰ ਉਸਨੇ ਕਿਹਾ ਤੁਸੀਂ ਮੁਰਦਿਆਂ ਨੂੰ ਜਿਉਂਦਾ ਕਰੋ, ਕੋੜੀਆਂ ਨੂੰ ਸ਼ੁੱਧ ਕਰੋ ਅਤੇ ਲੰਗੜਿਆਂ ਨੂੰ ਚਲਾਓ। But go to the cities of Israel. ਪਰ ਇਜ਼ਰਾਈਲ ਦੇ ਸ਼ਹਿਰਾਂ ਵਿੱਚ ਹੀ ਜਾਣਾ। Now I want you to notice this, ਪਰ ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ that first commission was before he died. ਔਰ ਇਹ ਪਹਿਲੀ ਆਗਿਆ ਉਹਦੀ ਮੌਤ ਤੋਂ ਪਹਿਲਾਂ ਸੀ When he was ministering amongst the Jews. ਜਦੋਂ ਕਿ ਉਹ ਸਿਰਫ ਯਹੂਦੀਆਂ ਦੇ ਵਿੱਚ ਹੀ ਸੇਵਾ ਕਰ ਰਿਹਾ ਸੀ। But when he died on the cross, ਪਰ ਜਦੋਂ ਉਹ ਸਲੀਬ ਤੇ ਮਰ ਗਿਆ and on the Easter morning he rose up, ਔਰ ਉਹ ਈਸਟਰ ਦੀ ਸਵੇਰ ਉਹ ਜੀ ਉੱਠਿਆ now after his resurrection, ਔਰ ਮੁਰਦਿਆਂ ਚੋਂ ਜੀ ਉੱਠਣ ਤੋਂ ਬਾਅਦ he gave a new commission. ਫਿਰ ਉਹਨੇ ਨਵੀਂ ਆਗਿਆ ਦਿੱਤੀ And that was the great commission. ਔਰ ਇਹ ਮਹਾਨ ਆਗਿਆ ਸੀ That was the last commission. ਔਰ ਇਹ ਆਖਰੀ ਆਗਿਆ ਸੀ। In that, it was not just Israel, ਔਰ ਇਸ ਆਗਿਆ ਵਿੱਚ ਹੁਣ ਸਿਰਫ ਯਹੂਦੀ ਨਹੀਂ ਸਨ, it was to all the world. ਹੁਣ ਇਸ ਵਿੱਚ ਸਾਰਾ ਜਹਾਨ ਸੀ। Preach the gospel everywhere. ਹੁਣ ਉਹਨੇ ਕਿਹਾ ਸਾਰੇ ਜਗਤ ਵਿੱਚ ਪ੍ਰਚਾਰ ਕਰੋ And these signs shall follow them that believe. ਔਰ ਇਹ ਚਿੰਨ੍ਹ ਉਹਨਾਂ ਦੇ ਨਾਲ ਹੋਣਗੇ ਜਿਹੜੇ ਨੇਚਾ ਕਰਨਗੇ। Amen and amen. ਆਮੀਨ ਅਤੇ ਆਮੀਨ। And I would like to say, ਫਿਰ ਮੈਂ ਕਹਿਣਾ ਚਾਹੁੰਦਾ ਹਾਂ what happened with Jesus in his first coming ਯੀਸ਼ੂ ਮਸੀਹ ਦੀ ਪਹਿਲੀ ਆਮਦ ਵਿੱਚ ਉਹਦੇ ਨਾਲ ਕੀ ਹੋਇਆ। has a pattern ਇੱਕ ਪੈਟਰਨ, ਇੱਕ ਨਕਸ਼ਾ ਹੈ of what will happen in the second coming. ਔਰ ਜੋ ਕੁਝ ਉਹਦੀ ਪਹਿਲੀ ਆਮਦ ਵਿੱਚ ਉਹਦੇ ਨਾਲ ਹੋਇਆ ਉਹ ਕੁਝ ਹੀ ਉਹਦੀ ਦੂਸਰੀ ਆਮਦ ਵਿੱਚ ਉਹਦੇ ਨਾਲ ਹੋਵੇਗਾ। Now, when Jesus came in his first coming, ਜਦੋਂ ਯੀਸ਼ੂ ਮਸੀਹ ਆਪਣੀ ਪਹਿਲੀ ਆਮਦ ਦੇ ਵਿੱਚ ਆਇਆ you know he came under the ministry of Son of Man. ਔਰ ਤੁਸੀਂ ਜਾਣਦੇ ਹੋ ਉਹ ਮਨੁੱਖ ਦੇ ਪੁੱਤਰ ਦੀ ਸੇਵਕਾਈ ਦੇ ਅੰਤਰਗਤ ਆਇਆ And when he ministered as Son of Man in Israel, ਔਰ ਉਹਨੇ ਮਨੁੱਖ ਦੇ ਪੁੱਤਰ ਦੀ ਸੇਵਕਾਈ ਇਜ਼ਰਾਈਲ ਦੇ ਵਿੱਚ ਕੀਤੀ। he had some disciples who were a partakers of his ministry. ਔਰ ਉਹਦੇ ਕੋਲ ਕੁਝ ਚੇਲੇ ਸਨ ਜੋ ਉਹਦੀ ਸੇਵਕਾਈ ਦੇ ਹਿੱਸੇਦਾਰ ਹਨ। You see, the Father had commissioned the Son. ਔਰ ਤੁਸੀਂ ਵੇਖੋ ਪਿਤਾ ਨੇ ਪੁੱਤਰ ਨੂੰ ਆਗਿਆ ਦਿੱਤੀ The Son was commissioned to carry the gospel. ਔਰ ਪੁੱਤਰ ਫਿਰ ਇਸ ਖੁਸ਼ਖਬਰੀ ਨੂੰ ਲੈ ਜਾਣ ਦੇ ਲਈ ਅੱਗੇ ਆਗਿਆ ਦੇ ਰਿਹਾ ਹੈ। The Bible says, ਬਾਈਬਲ ਆਖਦੀ ਹੈ God so loved the world ਖੁਦਾ ਨੇ ਜਗਤ ਨਾਲ ਪਿਆਰ ਕੀਤਾ that he gave his Son. ਉਸਨੇ ਆਪਣਾ ਪੁੱਤਰ ਦਿੱਤਾ And that Son was Jesus. ਔਰ ਉਹ ਪੁੱਤਰ ਯੀਸ਼ੂ ਮਸੀਹ ਹੈ। But when Jesus came with his ministry, ਪਰ ਜਦੋਂ ਯੀਸ਼ੂ ਆਪਣੀ ਸੇਵਕਾਈ ਦੇ ਨਾਲ ਆਇਆ he didn't minister alone. ਉਹਨੇ ਇਕੱਲੇ ਨੇ ਸੇਵਕਾਈ ਨਹੀਂ ਕੀਤੀ। He chose certain other people ਉਹਨੇ ਕੁਝ ਖਾਸ ਲੋਕਾਂ ਨੂੰ ਚੁਣਿਆ who became partakers of his ministry. ਜੋ ਉਹਦੀ ਸੇਵਕਾਈ ਦੇ ਹਿੱਸੇਦਾਰ ਬਣੇ। Now we need to understand ਔਰ ਇਸ ਚੀਜ਼ ਨੂੰ ਸਮਝੋ that the commission was Jesus's. ਔਰ ਇਹ ਕਮਿਸ਼ਨ ਇਹ ਆਗਿਆ ਯੀਸ਼ੂ ਦੇ ਲਈ ਸੀ। The Father had sent the Son, ਖੁਦਾ ਨੇ ਪੁੱਤਰ ਨੂੰ ਕੱਲਿਆ ਸੀ but the Son sent the disciples ਪਰ ਪੁੱਤਰ ਨੇ ਚੇਲਿਆਂ ਨੂੰ ਕੱਲ ਦਿੱਤਾ and said, you be a part with me. ਔਰ ਉਸਨੇ ਕਿਹਾ ਤੁਸੀਂ ਮੇਰੇ ਹਿੱਸੇਦਾਰ ਹੋ। The commission belonged to Jesus, ਆਗਿਆ ਸਿਰਫ ਯਿਸੂ ਨਾਲ ਸੰਬੰਧ ਰੱਖਦੀ ਸੀ but that commission was extended to the disciples. ਪਰ ਉਹ ਆਗਿਆ ਚੇਲਿਆਂ ਤੱਕ ਵਧਾ ਦਿੱਤੀ ਗਈ। Jesus raised the dead. ਯੀਸ਼ੂ ਨੇ ਮੁਰਦਿਆਂ ਨੂੰ ਜਿਉਂਦਾ ਕੀਤਾ। Jesus healed the sick. ਯੀਸ਼ੂ ਨੇ ਬਿਮਾਰਾਂ ਨੂੰ ਚੰਗਾ ਕੀਤਾ। Initially, these people saw it. ਔਰ ਇਹਨਾਂ ਸਭ ਲੋਕਾਂ ਨੇ ਇਹ ਚੀਜ਼ਾਂ ਨੂੰ ਵੇਖਿਆ। Peter came. ਪਤਰਸ ਆਇਆ, Matthew came. ਮਤੀ ਆਇਆ, All these people came in the ਔਰ message. ਬਾਕੀ ਸਾਰੇ ਸੰਦੇਸ਼ ਵਿੱਚ ਆਏ। They saw Jesus doing these things. ਉਹਨਾਂ ਨੇ ਵੇਖਿਆ ਕਿ ਯੀਸ਼ੂ ਇਹ ਕੰਮ ਕਰ ਰਿਹਾ ਹੈ। But one day he turned to them ਪਰ ਇੱਕ ਦਿਨ ਉਹ ਉਹਨਾਂ ਵੱਲ ਮੁੜਿਆ and he said, ਉਹਨੇ ਕਿਹਾ now I send you. ਹੁਣ ਕਿਹਾ ਹੁਣ ਮੈਂ ਤੁਹਾਨੂੰ ਘੱਲਦਾ ਹਾਂ। Now what I did, ਹੁਣ ਜੋ ਮੈਂ ਕੀਤਾ now you also do it. ਤੁਸੀਂ ਵੀ ਇਹ ਕਰੋਗੇ And I give you power. ਔਰ ਮੈਂ ਤੁਹਾਨੂੰ ਸਾਮਰਥ ਦਿੰਦਾ ਹਾਂ। The Son of Man, ਉਹ ਖੁਦਾ ਦਾ ਪੁੱਤਰ the
the Son of Man, ਮਨੁੱਖ ਦਾ ਪੁੱਤਰ the commission he received, ਜੋ ਆਗਿਆ ਉਹਨੂੰ ਮਿਲੀ he's now giving it to his disciples. ਹੁਣ ਇਹੀ ਆਗਿਆ ਉਹ ਆਪਣੇ ਚੇਲਿਆਂ ਨੂੰ ਦੇ ਰਿਹਾ ਹੈ He says, I cannot do it alone. ਉਹਨੇ ਕਿਹਾ ਇਹ ਮੈਂ ਇਕੱਲਾ ਨਹੀਂ ਕਰ ਸਕਦਾ I need you. ਮੈਨੂੰ ਤੁਹਾਡੀ ਜ਼ਰੂਰਤ ਹੈ And so he said in the previous chapter, ਉਹਨੇ ਪਿਛਲੇ ਅਧਿਆਇ ਵਿੱਚ the harvest is plenty, ਉਸਨੇ ਕਿਹਾ ਕਿ ਫਸਲ ਪੱਕ ਚੁੱਕੀ ਹੈ but the laborers are few. ਪਰ ਮਜ਼ਦੂਰ ਥੋੜੇ ਹਨ Pray the Lord of the harvest ਔਰ ਉਹਨੇ ਕਿਹਾ ਕਿ ਵਾਢੀ ਦੇ ਮਾਲਕ ਦਾ ਧੰਨਵਾਦ ਕਰੋ that he sends laborers in the harvest. ਤਾਂ ਕਿ ਉਹ ਮਜ਼ਦੂਰ ਕੱਲੇ And in the next chapter, ਔਰ ਅਗਲੇ ਅਧਿਆਇ ਦੇ ਵਿੱਚ he's choosing 12 laborers. ਉਹਨੇ 12 ਮਜ਼ਦੂਰਾਂ ਨੂੰ ਚੁਣ ਲਿਆ And in these 12 laborers, ਔਰ ਇਹ 12 ਮਜ਼ਦੂਰ you have both good and bad. ਔਰ ਤੁਸੀਂ ਦੇਖੋ ਐਕਸਕਿਊਜ਼ ਮੀ You have both good and bad. ਔਰ ਤੁਹਾਡੇ ਕੋਲ ਬੁਰਾ ਤੇ ਭਲਾ ਦੋਨੋਂ ਹੀ ਹੁੰਦੇ ਹਨ 11 were good. 12 ਭਲੇ ਸਨ 11. ਉਹ 11 ਸਭ ਠੀਕ ਸਨ But the 12th one, ਪਰ 12ਵਾਂ that is Judas Iscariot, ਜੋ ਕਿ ਯਹੂਦਾ ਇਸਕਰਿयोती ਹੈ he was not good. ਉਹ ਠੀਕ ਨਹੀਂ ਸੀ But he was also a part of that commission. ਪਰ ਉਹ ਵੀ ਉਸ ਸੇਵਕਾਈ ਦਾ ਹਿੱਸਾ ਸੀ He also could partake in the ministry. ਉਹਨੇ ਵੀ ਸੇਵਕਾਈ ਦੇ ਵਿੱਚ ਹਿੱਸਾ ਪਾਇਆ You see, the Son of Man was not yet glorified. ਔਰ ਤੁਸੀਂ ਦੇਖੋ ਮਨੁੱਖ ਦਾ ਪੁੱਤਰ ਅਜੇ ਤੱਕ ਮਹਿਮਾ ਦੇ ਵਿੱਚ ਨਹੀਂ ਗਿਆ ਸੀ The Holy Ghost was not yet loosed. ਔਰ ਪਵਿੱਤਰ ਆਤਮਾ ਰਿਲੀਜ਼ ਨਹੀਂ ਕੀਤਾ ਗਿਆ ਖੋਲਿਆ ਨਹੀਂ ਗਿਆ ਸੀ I would like to show you, and I'd like to come to your level to explain that. ਔਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਤਾਂ ਕਿ ਤੁਹਾਡਾ ਲੈਵਲ ਇਹਨਾਂ ਗੱਲਾਂ ਨੂੰ ਸਮਝ ਸਕੇ And I would like to come and explain that to you. ਔਰ ਮੈਂ ਇਹ ਗੱਲ ਤੁਹਾਨੂੰ ਸਮਝਾਉਣਾ ਚਾਹਾਂਗਾ You see, the disciples heard that, ਤੁਸੀਂ ਦੇਖੋ ਚੇਲਿਆਂ ਨੇ ਇਹਨਾਂ ਗੱਲਾਂ ਨੂੰ ਸੁਣਿਆ and they went to minister in the cities. ਔਰ ਉਹ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਚਲੇ ਗਏ And what Jesus said, ਔਰ ਯੀਸ਼ੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ they did just exactly that. ਜੋ ਕੁਝ ਯੀਸ਼ੂ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਉਸੇ ਹੀ ਤਰ੍ਹਾਂ ਕੀਤਾ In that first commission, ਉਸ ਪਹਿਲੀ ਆਗਿਆ ਦੇ ਵਿੱਚ both good and bad went there. ਔਰ ਬੁਰਾ ਤੇ ਭਲਾ ਦੋਨੋਂ ਕਿਸਮ ਦੇ ਚੇਲੇ ਬਾਹਰ ਪ੍ਰਚਾਰ ਕਰਨ ਦੇ ਲਈ ਗਏ They all had a part in the ministry. ਔਰ ਉਹਨਾਂ ਦੋਨਾਂ ਦਾ ਹੀ ਦੋਨਾਂ ਕਿਸਮਾਂ ਦਾ ਸੇਵਕਾਈ 'ਚ ਹਿੱਸਾ ਸੀ But in Mark chapter 16, ਪਰ ਮਰਕੁਸ 16 ਦੇ ਵਿੱਚ when it is resurrected Jesus, ਜਦੋਂ ਕਿ ਮੁਰਦਿਆਂ 'ਚੋਂ ਜੀ ਉੱਠਿਆ ਯਿਸੂ ਹੈ the group he's talking with, ਹੁਣ ਜਿਸ ਗਰੁੱਪ ਨਾਲ ਉਹ ਗੱਲ ਕਰ ਰਿਹਾ ਹੈ Judas is not there. ਹੁਣ ਯਹੂਦਾ ਉੱਥੇ ਨਹੀਂ ਹੈ It's only the elect. ਹੁਣ ਸਿਰਫ ਚੁਣੇ ਹੋਏ ਹਨ We know ਅਸੀਂ ਜਾਣਦੇ ਹਾਂ people like Janus and Jambres will impersonate. ਐਕਸਕਿਊਜ਼ ਮੀ People like Janus and Jambres will impersonate. ਔਰ ਜਨੇਸ ਅਤੇ ਜਮਰੇਸ ਦੀ ਤਰ੍ਹਾਂ ਲੋਕ ਪਖੰਡ ਕਰਨ ਦੇ ਲਈ ਵਿੱਚ ਆਉਂਦੇ ਹਨ Because much of the last commission was also in the first commission. ਔਰ ਜਿਸ ਤਰ੍ਹਾਂ ਦੀ ਪਹਿਲੀ ਆਗਿਆ ਸੀ ਉਸੇ ਤਰ੍ਹਾਂ ਹੀ ਆਖਰੀ ਆਗਿਆ ਦੇ ਵਿੱਚ ਹੈ A big part of the last commission consisted of the first commission. ਔਰ ਜੋ ਕਿ ਬਹੁਤ ਵੱਡਾ ਆਖਰੀ ਆਗਿਆ ਦਾ ਹਿੱਸਾ ਹੈ ਉਹ ਪਿਛਲੀ ਆਗਿਆ ਨਾਲ ਮਿਲਦਾ ਜੁਲਦਾ ਹੈ There was only one difference. ਔਰ ਸਿਰਫ ਇੱਕੋ ਹੀ ਭਿੰਨ ਹੈ ਭਾਵ ਇੱਕੋ ਹੀ ਵੱਖਰਾਪਨ ਹੈ The second commission included a baptism of the Holy Ghost. ਪਰ ਆਖਰੀ ਜੋ ਆਗਿਆ ਹੈ ਉਹਦੇ ਵਿੱਚ ਪਵਿੱਤਰ ਆਤਮਾ ਦਾ ਬਪਤਿਸਮਾ ਹੈ It included the new birth. ਔਰ ਇਸ ਆਗਿਆ ਦੇ ਵਿੱਚ ਨਵਾਂ ਜਨਮ ਹੈ The first commission could not minister a new birth ਪਹਿਲੀ ਆਗਿਆ ਵਿੱਚ ਨਵਾਂ ਜਨਮ ਪ੍ਰਚਾਰ ਨਹੀਂ ਕੀਤਾ ਗਿਆ because the body of Jesus was not opened yet. ਕਿਉਂਕਿ ਯਿਸੂ ਮਸੀਹ ਦੀ ਦੇਹ ਅਜੇ ਤੱਕ ਖੋਲੀ ਨਹੀਂ ਗਈ ਸੀ His body was not opened with 7 wounds. ਔਰ ਉਹਦੀ ਦੇਹ ਨੂੰ ਅਜੇ ਤੱਕ 7 ਜ਼ਖਮ ਨਹੀਂ ਮਿਲੇ ਸਨ I would say the seals was not open yet. ਮੈਂ ਕਹਿਣਾ ਚਾਹਾਂਗਾ ਮੋਹਰਾਂ ਅਜੇ ਖੁੱਲੀਆਂ ਨਹੀਂ ਸਨ The life was not yet released. ਔਰ ਉਹ ਜ਼ਿੰਦਗੀ ਅਜੇ ਉਡੇਲੀ ਨਹੀਂ ਗਈ ਸੀ Until the life is released, ਔਰ ਅਜੇ ਤੱਕ ਜ਼ਿੰਦਗੀ ਖੋਲੀ ਨਹੀਂ ਗਈ ਸੀ how can a man receive that life? ਜੇਕਰ ਜ਼ਿੰਦਗੀ ਖੋਲੀ ਨਹੀਂ ਗਈ ਤੇ ਕੋਈ ਬੰਦਾ ਉਹ ਜ਼ਿੰਦਗੀ ਪਾ ਕਿਵੇਂ ਸਕਦਾ ਹੈ Because the life was yet not released. ਕਿਉਂਕਿ ਉਹ ਜ਼ਿੰਦਗੀ ਅਜੇ ਬਾਹਰ ਨਹੀਂ ਆਈ ਸੀ But in the second commission, ਪਰ ਦੂਸਰੀ ਆਗਿਆ ਵਿੱਚ they had healed the sick, ਉਹ ਬਿਮਾਰਾਂ ਨੂੰ ਚੰਗਾ ਕਰ ਸਕਦੇ ਸੀ they would raise the dead, ਉਹ ਮੁਰਦਿਆਂ ਨੂੰ ਜਿਉਂਦਾ ਕਰ ਰਹੇ they would ਸੀ perform all the signs. ਔਰ ਉਹ ਸਾਰੇ ਚਿੰਨ੍ਹ ਪ੍ਰਗਟ ਕਰ ਰਹੇ ਸੀ Plus,
Plus, ਔਰ ਨਾਲ ਹੀ also give people a new birth experience. ਔਰ ਹੁਣ ਉਹ ਦੂਸਰੀ ਆਗਿਆ ਵਿੱਚ ਲੋਕਾਂ ਨੂੰ ਨਵੇਂ ਜਨਮ ਦਾ ਤਜਰਬਾ ਵੀ ਦੇ ਰਹੇ ਸੀ। When Peter followed that commission on the day of Pentecost, ਜਦੋਂ ਪਤਰਸ ਨੂੰ ਪੈਂਟੀਕੋਸਟਲ ਦੇ ਦਿਨ ਇਹ ਦੂਸਰੀ ਆਗਿਆ ਮਿਲੀ, he didn't heal the people first, ਉਹਨੇ ਸਿਰਫ ਪਹਿਲਾਂ ਲੋਕਾਂ ਨੂੰ ਬਿਮਾਰਾਂ ਨੂੰ ਹੀ ਚੰਗਾ ਨਹੀਂ ਕੀਤਾ, but he preached, repent ਉਹਨੇ ਪਛਤਾਵੇ ਉੱਤੇ ਪ੍ਰਚਾਰ ਕੀਤਾ and be baptized ਔਰ ਉਹਨੇ ਕਿਹਾ ਬਪਤਿਸਮਾ ਲਓ in the name of Jesus Christ, ਯਿਸੂ ਮਸੀਹ ਦੇ ਨਾਮ ਵਿੱਚ, and you shall receive the gift of the Holy Ghost. ਔਰ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ। His first message was ministering a new birth. ਉਹਦਾ ਪਹਿਲਾ ਸੰਦੇਸ਼ ਜੋ ਉਹਨੇ ਦੂਸਰੀ ਆਗਿਆ ਵਿੱਚ ਪ੍ਰਚਾਰਿਆ ਉਹ ਨਵਾਂ ਜਨਮ ਪਾਉਣ ਉੱਤੇ ਸੀ, And signs followed later. ਔਰ ਚਿੰਨ ਬਾਅਦ ਵਿੱਚ ਆਉਣੇ ਸ਼ੁਰੂ ਹੋਏ। I would like to say something. ਮੈਂ ਕੁਝ ਕਹਿਣਾ ਚਾਹੁੰਦਾ ਹਾਂ। False ministers ਝੂਠੇ ਪ੍ਰਚਾਰਕ can imitate the ministry. ਜਿਹੜੇ ਝੂਠੇ ਪ੍ਰਚਾਰਕ ਹਨ ਉਹ ਅਸਲੀ ਸੇਵਕਾਈ ਦੀ ਨਕਲ ਬੜੀ ਜਲਦੀ ਕਰ ਲੈਂਦੇ ਸਨ। Moses threw the stick. ਮੂਸਾ ਨੇ ਆਪਣੀ ਉਸ ਟਾਂਗੇ ਨੂੰ ਸੁੱਟਿਆ, Jannes and Jambres threw the stick. ਜਨੇਸ ਜਮਰੇਸ ਨੇ ਵੀ ਆਪਣੇ ਟਾਂਗੇ ਨੂੰ ਸੁੱਟਿਆ Moses' stick became a serpent. ਔਰ ਮੂਸਾ ਦਾ ਟਾਂਗਾ ਸੱਪ ਬਣ ਗਿਆ, Jannes and Jambres' stick became serpent. ਜਨੇਸ ਜਮਰੇਸ ਦਾ ਟਾਂਗੇ ਵੀ ਸੱਪ ਬਣ ਗਏ So they also performing the same signs. ਔਰ ਉਹ ਵੀ ਉਸੇ ਤਰ੍ਹਾਂ ਦੇ ਹੀ ਚਿੰਨ ਕਰਨ ਲੱਗੇ They performed the same kind of miracles. ਔਰ ਉਹਨਾਂ ਨੇ ਵੀ ਉਸੇ ਤਰ੍ਹਾਂ ਦੇ ਚਮਤਕਾਰ ਕੀਤੇ। What did they miss? ਉਹਨਾਂ ਨੇ ਕੀ ਮਿਸ ਕੀਤਾ? ਉਹਨਾਂ ਦੇ ਕੋਲ ਕਿਹੜੀ ਚੀਜ਼ ਨਹੀਂ ਸੀ? They can do anything, ਉਹ ਸਭ ਕੁਝ ਕਰ ਸਕਦੇ ਸੀ, but they cannot minister a new birth. ਪਰ ਉਹ ਨਵਾਂ ਜਨਮ ਨਹੀਂ ਦੇ ਸਕਦੇ। Their message stops. ਉਹਨਾਂ ਦਾ ਸੰਦੇਸ਼ ਰੁਕ ਜਾਂਦਾ ਹੈ। Their message cannot minister a new birth. to a ਉਹਨਾਂ ਦਾ believer. ਸੰਦੇਸ਼ ਵਿਸ਼ਵਾਸੀਆਂ ਨੂੰ ਨਵੇਂ ਜਨਮ ਤੱਕ ਨਹੀਂ ਲੈ ਕੇ ਜਾਂਦਾ। And listen, brother, ਭਾਈਓ ਸੁਣੋ, new birth is not speaking in tongues. ਨਵਾਂ ਜਨਮ ਪਰਾਈ ਭਾਖਿਆ ਬੋਲਣਾ ਨਹੀਂ ਹੈ, New birth is not just gifts of the Holy Ghost. ਔਰ ਨਵਾਂ ਜਨਮ ਪਵਿੱਤਰ ਆਤਮਾ ਦੇ ਵਰਦਾਨ ਹੀ ਨਹੀਂ ਹਨ। New birth is a revelation of the word of this age. ਨਵਾਂ ਜਨਮ ਇਸ ਯੁੱਗ ਦੇ ਸੰਦੇਸ਼ ਦਾ ਪ੍ਰਕਾਸ਼ਨ ਹੈ। And we'll see today ਔਰ ਅੱਜ ਅਸੀਂ ਵੇਖਾਂਗੇ the pattern which was there in the first coming ਔਰ ਉਹ ਤਰੀਕਾ ਜੋ ਉਹਦੀ ਪਹਿਲੀ ਆਗਿਆ ਦੇ ਵਿੱਚ ਸੀ in the Son of Man ministry ਜਦੋਂ ਮਨੁੱਖ ਦੇ ਪੁੱਤਰ ਦੀ ਸੇਵਕਾਈ ਆਈ, is the same pattern in this age. ਔਰ ਉਹੀ ਤਰੀਕਾ ਇਸ ਯੁੱਗ ਦੇ ਵਿੱਚ ਹੈ। Because Son of Man has come in his two comings. ਕਿਉਂਕਿ ਮਨੁੱਖ ਦੇ ਪੁੱਤਰ ਦੀਆਂ ਦੋ ਆਮਦਾਂ ਹਨ, And in his first coming, ਔਰ ਉਹਦੀ ਪਹਿਲੀ ਆਗਿਆ ਦੇ ਵਿੱਚ he gave two commissions. ਉਹਨੇ ਪਹਿਲੀ ਸੇਵਕਾਈ ਦੇ ਵਿੱਚ ਦੋ ਆਗਿਆਵਾਂ ਦਿੱਤੀਆਂ। One before dying, ਪਹਿਲੀ ਮਰਨ ਤੋਂ ਪਹਿਲਾਂ, one after resurrection. ਦੂਸਰੀ ਮੁਰਦਿਆਂ ਚੋਂ ਜੀ ਉੱਠਣ ਤੋਂ ਬਾਅਦ। In that first commission, ਪਹਿਲੀ ਆਗਿਆ ਦੇ ਵਿੱਚ you had both good and bad. ਤੁਹਾਡੇ ਕੋਲ ਦੋ ਤਰ੍ਹਾਂ ਦੇ ਸੇਵਕ ਸੀ, ਬੁਰਾ ਤੇ ਭਲਾ। The ministers were not yet converted. ਇਥੋਂ ਤੱਕ ਕਿ ਸੇਵਕ ਵੀ ਅਜੇ ਬਦਲੇ ਨਹੀਂ ਸਨ। They used to fight amongst themselves. ਉਹ ਆਪਸ ਵਿੱਚ ਲੜਦੇ ਸਨ, Who shall be the greatest of us? ਔਰ ਸਾਡੇ ਵਿੱਚੋਂ ਵੱਡਾ ਕੌਣ ਹੋਵੇਗਾ। That was there at the communion table. ਔਰ ਇਹ ਗੱਲ ਕਿੱਥੇ ਹੋ ਰਹੀ ਸੀ? ਪ੍ਰਭੂ ਭੋਜ ਵਾਲੇ ਟੇਬਲ ਤੇ। Because none of them had received the baptism of Holy Ghost. ਕਿਉਂਕਿ ਉਹਨਾਂ ਵਿੱਚੋਂ ਇੱਕ ਨੇ ਵੀ ਅਜੇ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਲਿਆ ਸੀ। Can a man without the baptism of Holy Ghost cast demons out? ਕੀ ਕੋਈ ਬੰਦਾ ਬਿਨਾਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਭੂਤਾਂ ਨੂੰ ਕੱਢ ਸਕਦਾ ਹੈ? This is Bible. ਇਹ ਬਾਈਬਲ ਹੈ। These disciples did. ਇਹਨਾਂ ਚੇਲਿਆਂ ਨੇ ਬਿਨਾਂ ਪਵਿੱਤਰ ਆਤਮਾ ਦੇ ਭੂਤਾਂ ਨੂੰ ਕੱਢਿਆ। That's Bible. ਇਹ ਬਾਈਬਲ ਹੈ। And if you don't understand it, I will request you go back and read the Bible again. ਔਰ ਜੇਕਰ ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ, ਮੈਂ ਚਾਹਾਂਗਾ ਵਾਪਸ ਜਾਓ, ਬਾਈਬਲ ਪੜ੍ਹੋ ਤੇ ਇਸ ਗੱਲ ਨੂੰ ਸਮਝੋ। Can a man who's unconverted perform miracles? ਕੀ ਕੋਈ ਬੰਦਾ ਜੋ ਅਜੇ ਤਬਦੀਲ ਨਹੀਂ ਹੋਇਆ ਉਹ ਚਿੰਨ ਚਮਤਕਾਰ ਕਰ ਸਕਦਾ ਹੈ? Very right, he can. ਹਾਂ, ਉਹ ਕਰ ਸਕਦਾ ਹੈ। Judas Iscariot was not converted. ਯਹੂਦਾ ਇਸਕਰਿਓਤੀ ਬਦਲਿਆ ਨਹੀਂ ਸੀ, Yet he was a partaker of the ministry. ਪਰ ਫਿਰ ਵੀ ਉਹ ਸੇਵਕਾਈ ਦਾ ਹਿੱਸਾ ਸੀ। Yet he used to cast out devils. ਔਰ ਇਥੋਂ ਤੱਕ ਕਿ ਉਹ ਬਦਰੂਮਾਂ ਨੂੰ ਵੀ ਕੱਢਦਾ ਸੀ। And that is where Brother Branham quoted Jesus. ਇਸੇ ਕਰਕੇ ਹੀ
ਭਾਈ ਬ੍ਰਾਨਮ ਨੇ ਯਿਸੂ ਮਸੀਹ ਦਾ ਇਹ ਹਵਾਲਾ ਲਿਆ। When these people returned back, ਜਦੋਂ ਇਹ ਚੇਲੇ ਵਾਪਸ ਆਏ, Lord, ਉਹਨੇ ਕਿਹਾ ਪ੍ਰਭੂ in your name, ਤੇਰੇ ਨਾਮ ਵਿੱਚ every disease, ਹਰ ਇੱਕ ਬਿਮਾਰੀ, every affliction, ਹਰ ਇੱਕ ਅਧਰਮ, every demon ਹਰ ਇੱਕ ਬਦਰੂ is under our subjection. ਸਾਡੇ ਅਧਿਕਾਰ ਥੱਲੇ ਹੈ। We cast them out. ਅਸੀਂ ਉਹਨਾਂ ਨੂੰ ਬਾਹਰ ਕੱਢਿਆ ਹੈ। You know what did Jesus do? ਤੁਹਾਨੂੰ ਪਤਾ ਯਿਸੂ ਨੇ ਅੱਗੋਂ ਕੀ ਕਿਹਾ? Don't be happy with that, ਉਹ ਇਸ ਤੇ ਖੁਸ਼ ਨਾ ਹੋਵੋ, but be happy because your names are written in heaven. ਇਸ ਲਈ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। Because the names in heaven were in a book. और क्योंकि स्वर्ग च जो नाम हन वो एक किताब विच हन। And Brother Branham said Jesus knew और भाई ब्रानम ने क्या? यीशु जानदा सी that one name will be cut. और यीशु जानदा सी कि एक नाम कट्टिया जावेगा। The one in the first commission will not be in the second commission. जो ਉਹਨਾਂ ਚੋਂ ਇੱਕ ਜੋ ਪਹਿਲੀ ਸੇਵਕਾਈ ਵਿੱਚ ਹੈ ਉਹ ਦੂਸਰੀ ਸੇਵਕਾਈ ਵਿੱਚ ਨਹੀਂ ਹੋਵੇਗਾ। His name was to be cut. ਉਹਦਾ ਨਾਮ ਕੱਟਿਆ ਜਾਵੇਗਾ। Well, how many of you know that? और ਤੁਹਾਡੇ ਚੋਂ ਕਿੰਨੇ ਲੋਕ ਇਹ ਜਾਣਦੇ ਹਨ? Judas' name was in the book, ਯਹੂਦਾ ਦਾ ਨਾਮ ਕਿਤਾਬ ਵਿੱਚ ਸੀ, in the book of life. ਜ਼ਿੰਦਗੀ ਦੀ ਕਿਤਾਬ ਵਿੱਚ। Jesus himself said that. ਯਿਸੂ ਮਸੀਹ ਨੇ ਖੁਦ ਕਿਹਾ, But his name was cut. ਪਰ ਉਹਦਾ ਨਾਮ ਕੱਟਿਆ ਗਿਆ। His name couldn't remain in the book. ਉਹਦਾ ਨਾਮ ਕਿਤਾਬ ਵਿੱਚ ਨਹੀਂ ਰਿਹਾ। He couldn't remain in the ministry. ਔਰ ਉਹ ਸੇਵਕਾਈ ਵਿੱਚ ਵੀ ਨਹੀਂ ਰਿਹਾ। He could only be a partaker of that first commission. ਉਹ ਸਿਰਫ ਪਹਿਲੀ ਸੇਵਕਾਈ ਦਾ ਹੀ ਹਿੱਸਾ ਰਿਹਾ। Now we see a similar pattern today. ਔਰ ਅੱਜ ਅਸੀਂ ਇਸੇ ਪੈਟਰਨ ਨੂੰ ਇਹਨਾਂ ਦਿਨਾਂ ਵਿੱਚ ਵੇਖਾਂਗੇ। When the Son of Man came in this age ਜਦੋਂ ਮਨੁੱਖ ਦਾ ਪੁੱਤਰ ਇਸ ਯੁੱਗ ਵਿੱਚ ਆਇਆ and commissioned a prophet, ਔਰ ਮਨੁੱਖ ਦੇ ਪੁੱਤਰ ਨੇ ਆ ਕੇ ਨਬੀ ਨੂੰ ਆਗਿਆ ਦਿੱਤੀ। in Greensmill, Indiana, ਔਰ ਗ੍ਰੀਨਸਮਿਲ ਇੰਡੀਆਨਾ ਦੇ ਵਿੱਚ in 1946, ਔਰ 1945 ਦੇ ਵਿੱਚ in 1946 he said, go into all the world ਔਰ ਉਹਨੇ ਕਿਹਾ 1946 ਦੇ ਵਿੱਚ ਪੂਰੇ ਸੰਸਾਰ ਵਿੱਚ ਚਲਾ ਜਾ। and you are sent to with a ministry of divine healing. ਔਰ ਤੈਨੂੰ ਇੱਕ ਸੇਵਕਾਈ ਦਿੱਤੀ ਜਾਵੇਗੀ ਜਿਹਦੇ ਵਿੱਚ ਤੂੰ ਬਿਮਾਰਾਂ ਨੂੰ ਚੰਗਾ ਕਰੇਗਾ। That was the first commission. ਇਹ ਪਹਿਲੀ ਆਗਿਆ ਸੀ। In that first commission, ਉਸ ਪਹਿਲੀ ਆਗਿਆ ਵਿੱਚ though the commission belonged to Brother Branham, ਜੋ ਪਹਿਲੀ ਸੇਵਕਾਈ ਸੀ ਉਹ ਸਿਰਫ ਭਾਈ ਬ੍ਰਾਨਮ ਨਾਲ ਸੰਬੰਧ ਰੱਖਦੀ ਸੀ। yet ਫਿਰ ਵੀ when the revival started, ਜਦੋਂ ਬੇਦਾਰੀ ਸ਼ੁਰੂ ਹੋਈ other people jumped in, ਹੋਰ ਲੋਕ ਅੰਦਰ ਆ ਗਏ, like Oral Roberts, ਔਰ ਰੋਬਰਟ ਵਰਗੇ ਆ like ਗਏ, A. Aaron, ਔਰ ਏ ਆਰਨ ਦੀ ਤਰ੍ਹਾਂ ਆ ਗਏ, like Billy Graham. ਬਿਲੀ ਗ੍ਰਾਮ ਵਰਗੇ ਆ ਗਏ। Other ministers also poured in, ਦੂਸਰੇ ਸੇਵਕਾਂ ਨੇ ਵੀ ਅੰਦਰ ਐਂਟਰੀ ਕਰ ਲਈ, good and bad. ਬੁਰੇ ਅਤੇ ਭਲੇ। And they also started a healing revival. ਔਰ ਉਹਨਾਂ ਨੇ ਵੀ ਚੰਗਾਈ ਸਭਾਵਾਂ ਸ਼ੁਰੂ ਕਰ ਦਿੱਤੀਆਂ। But in 1963, ਪਰ 1963 ਵਿੱਚ when the new commission came, ਜਦੋਂ ਨਵੀਂ ਆਗਿਆ ਆਈ, when the seals was opened, ਜਦੋਂ ਮੋਹਰਾਂ ਖੁੱਲ ਗਈਆਂ, when the book was revealed, ਜਦੋਂ ਕਿਤਾਬ ਖੁੱਲ ਗਈ, that commission ਉਹ ਆਗਿਆ is not for Oral Roberts. ਹੁਣ ਇਹ ਆਗਿਆ ਔਰਲ ਰੋਬਰਟ ਦੇ ਲਈ ਨਹੀਂ ਹੈ। That commission ਉਹ ਆਗਿਆ is not for Benny Hinn. ਇਹ ਬੈਨੀ ਹਿੰਨ ਦੇ ਲਈ ਨਹੀਂ ਹੈ। That commission ਇਹ ਆਗਿਆ is not for Tina Karan. ਇਹ ਦੀਨਾ ਕਰਨ ਦੇ ਲਈ ਨਹੀਂ ਹੈ। That commission ਇਹ ਆਗਿਆ is not for everybody. ਇਹ ਹਰ ਇੱਕ ਦੇ ਲਈ ਨਹੀਂ ਹੈ। It is only for some elect people ਇਹ ਸਿਰਫ ਕੁਝ ਚੁਣੇ ਹੋਏ ਲੋਕਾਂ ਦੇ ਲਈ ਹੈ, whom Jesus will call ਜਿਨ੍ਹਾਂ ਨੂੰ ਯਿਸੂ ਮਸੀਹ ਨੇ ਬੁਲਾਇਆ ਹੈ according to his purpose. ਉਹਦੇ ਆਪਣੇ ਮਕਸਦ ਦੇ ਅਨੁਸਾਰ। Amen and amen. ਆਮੀਨ ਅਤੇ ਆਮੀਨ। ਬ੍ਰਦਰ ਪਾਣੀ ਦੇਣਾ, ਪਾਣੀ। ਓਕੇ, ਥੈਂਕ ਯੂ ਸੋ ਮਚ। God really bless you. Amen. Amen. ਆਮੀਨ। You see, ਤੁਸੀਂ ਵੇਖੋ, no so-called minister can stay in this message to an extent to minister the third pole ਬਿਨਾ until he is converted. ਬੁਲਾਇਆ ਹੋਇਆ ਸੇਵਕ ਜਦ ਤੱਕ ਬਦਲ ਨਹੀਂ ਜਾਂਦਾ
ਤਦ ਤੱਕ ਉਹ ਤੀਸਰੇ ਖਿਚਾਵ ਦੀ ਸੇਵਕਾਈ ਆਪਣੀ ਜ਼ਿੰਦਗੀ 'ਚ ਕਰ ਨਹੀਂ ਸਕਦਾ। He can minister healing. ਉਹ ਚੰਗਾਈ ਸਭਾਵਾਂ ਕਰ ਸਕਦਾ ਹੈ, He can minister miracles. ਉਹ ਚਮਤਕਾਰ ਕਰ ਸਕਦਾ ਹੈ, But when it comes to a new birth in the message, ਜਦੋਂ ਇਸ ਸੰਦੇਸ਼ ਵਿੱਚ ਨਵੇਂ ਜਨਮ ਦੀ ਗੱਲ ਆਉਂਦੀ ਹੈ, I'm sorry. ਮੈਨੂੰ ਮਾਫ ਕਰੋ। For that, ਇਸ ਗੱਲ ਦੇ ਲਈ you should know the book. ਤੁਹਾਨੂੰ ਕਿਤਾਬ ਜਾਣ ਲੈਣੀ ਚਾਹੀਦੀ ਹੈ। For that, ਇਸ ਦੇ ਲਈ the book has to be eaten. ਕਿਤਾਬ ਖਾਦੀ ਹੋਣੀ ਚਾਹੀਦੀ ਹੈ। I would like to show you a parallel. ਮੈਂ ਤੁਹਾਨੂੰ ਕੁਝ ਇਹਦੇ ਬਰਾਬਰ ਕੋਈ ਚੀਜ਼ ਦਿਖਾਣਾ ਚਾਹਾਂਗਾ, And that's not only ministers, ਔਰ ਇਹ ਸਿਰਫ ਸੇਵਕ ਹੀ ਨਹੀਂ ਹਨ, that's every believer. ਹਰ ਇੱਕ ਵਿਸ਼ਵਾਸੀ ਦੇ ਲਈ ਹੈ। This message is not only for us ministers. No, ਇਹ ਸੰਦੇਸ਼ ਸਿਰਫ ਸੇਵਕਾਂ ਦੇ ਲਈ ਨਹੀਂ ਹੈ, it's for every believer. ਇਹ ਹਰ ਇੱਕ ਵਿਸ਼ਵਾਸੀ ਦੇ ਲਈ ਹੈ। Because if you are the bride ਜੇਕਰ ਤੁਸੀਂ ਦੁਲਹਨ ਹੋ and you are called according to that purpose, ਔਰ ਜੇਕਰ ਤੁਸੀਂ ਉਹਦੇ ਮਕਸਦ ਦੇ ਅਨੁਸਾਰ ਬੁਲਾਏ ਗਏ where ਹੋ, was that purpose? ਔਰ ਉਹਦਾ ਮਕਸਦ ਕੀ ਹੈ? That purpose was hidden under the seventh seal. ਔਰ ਉਹਦਾ ਮਕਸਦ ਸੱਤਵੀਂ ਮੋਹਰ ਦੇ ਥੱਲੇ ਛੁਪਿਆ ਹੋਇਆ ਹੈ। That purpose was a threefold mystery. ਔਰ ਉਹਦਾ ਮਕਸਦ ਤਿੰਨ ਪੱਖਾ ਭੇਤ ਹੈ। The first fold, ਪਹਿਲਾ ਭੇਤ the Son of Man. ਮਨੁੱਖ ਦਾ ਪੁੱਤਰ, The second fold, ਦੂਸਰਾ ਭੇਤ the bride. ਦੁਲਹਨ, And the third fold, ਔਰ ਦੂਸਰਾ ਪੱਖ ਤੀਸਰਾ ਪੱਖ Eden. ਅਦਨ ਦਾ ਬਾਗ। The bridegroom, the bride, and the Eden. ਦੂਲਾ, ਦੁਲਹਨ ਤੇ ਅਦਨ ਦਾ ਬਾਗ। That was the purpose. ਇਹ ਉਹਦਾ ਮਕਸਦ ਸੀ। And if you are the bride, ਜੇਕਰ ਤੁਸੀਂ ਦੁਲਹਨ ਹੋ, you are the part of that second fold. ਤੁਸੀਂ ਦੂਸਰੇ ਪੱਖ ਦਾ ਹਿੱਸਾ ਹੋ। The new birth brings you to that place. ਔਰ ਨਵਾਂ ਜਨਮ ਤੁਹਾਨੂੰ ਉਸ ਸਥਾਨ ਤੇ ਲਿਆਵੇਗਾ। These in Matthew 10 ਇਹ ਜੋ ਮੱਤੀ 10 ਹੈ, are not yet born again. ਇਹ ਮੱਤੀ 10 ਵਾਲੇ ਚੇਲੇ ਨਵਾਂ ਜਨਮ ਪਾਏ ਹੋਏ ਨਹੀਂ ਸਨ। When the squeeze comes, ਜਦੋਂ ਦਬਾਅ ਆਇਆ, when Jesus was betrayed, ਜਦੋਂ ਯੀਸ਼ੂ ਮਸੀਹ ਫੜਵਾ ਦਿੱਤਾ ਗਿਆ, and now Jesus is before Pilate and Hannah and Kepha. ਔਰ ਜਦੋਂ ਯੀਸ਼ੂ ਮਸੀਹ ਹੰਨਾ ਕੈਫਾ ਜਾਜਕਾਂ ਦੇ ਸਾਹਮਣੇ ਖੜਾ ਹੈ, Here is Peter ਔਰ ਇੱਥੇ ਪਤਰਸ ਹੈ, warming himself. ਔਰ ਆਪਣੇ ਆਪ ਨੂੰ ਗਰਮ ਕਰ ਰਿਹਾ ਅੱਗ ਸੇਕ ਕੇ, And a girl comes. ਔਰ ਇੱਕ ਲੜਕੀ ਆਈ। Oh, I saw you in his meetings. ਓ ਮੈਂ ਤੈਨੂੰ ਵੀ ਉਹਦੀਆਂ ਮੀਟਿੰਗਾਂ ਵਿੱਚ ਵੇਖਿਆ ਸੀ। You are one of Jesus' disciples. ਓ ਤੂੰ ਵੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਹੈ। Get out from here. ਉਹਨੇ ਕਿਹਾ ਚਲੀ ਜਾ ਇੱਥੋਂ। I don't know who ਮੈਂ ਨਹੀਂ Jesus is. ਤੈਨੂੰ ਜਾਣਦਾ ਔਰ ਨਾ ਮੈਂ ਯਿਸੂ ਨੂੰ Which ਜਾਣਦਾ। Jesus you are talking about? ਉਹ ਕਿਹੜੇ ਯਿਸੂ ਦੀ ਗੱਲ ਕਰ ਰਹੀ ਹੈ ਤੂੰ? The man who is not converted. ਜੋ ਆਦਮੀ ਬਦਲਿਆ ਨਹੀਂ ਹੈ, He will be ashamed of the gospel. ਉਹ ਖੁਸ਼ਖਬਰੀ ਤੋਂ ਸ਼ਰਮਾਵੇਗਾ, He will be ashamed of the message. ਉਹ ਸੰਦੇਸ਼ ਤੋਂ ਸ਼ਰਮਾਵੇਗਾ। How will I confess it before people? ਉਹ ਮੈਂ ਇਸ ਖੁਸ਼ਖਬਰੀ ਦਾ ਇਕਰਾਰ ਲੋਕਾਂ ਸਾਹਮਣੇ ਕਿਵੇਂ ਕਰਾਂ? But the day he received the Holy Ghost, ਜਿਸ ਦਿਨ ਉਹਨੇ ਪਵਿੱਤਰ ਆਤਮਾ ਪਾ ਲਿਆ, he was a different Peter. ਉਹ ਫਰਕ ਪਤਰਸ ਹੋ ਗਿਆ। He stood before everybody. ਉਹ ਹੁਣ ਸਭ ਦੇ ਸਾਹਮਣੇ ਖੜਾ ਹੋ ਸਕਦਾ He ਹੈ। is not worried who will throw stones. ਉਹਨੂੰ ਕੋਈ ਪਰਵਾਹ ਨਹੀਂ ਕਿ ਉਹਨੂੰ ਕਿੰਨੇ ਪੱਥਰ ਵੱਜਣਗੇ। But he said, repent. ਉਹਨੇ ਕਿਹਾ ਪਛਤਾਪ ਕਰੋ। That same Jesus ਉਹੀ ਯਿਸੂ whom you crucified, ਜਿਸ ਨੂੰ ਤੁਸੀਂ ਸਲੀਬ ਤੇ God ਚੜਾਇਆ, had made Lord and Christ. ਹੁਣ ਉਹ ਮਸੀਹ ਅਤੇ ਪ੍ਰਭੂ ਹੋ ਗਿਆ ਹੈ। Why? ਕਿਉਂ? He had received the Holy Ghost. ਕਿਉਂਕਿ ਉਹਨੂੰ ਪਵਿੱਤਰ ਆਤਮਾ ਮਿਲ ਗਿਆ ਸੀ। He had received a birth. ਉਹਦੇ ਕੋਲ ਨਵਾਂ ਜਨਮ ਸੀ। Now boldness came inside. ਹੁਣ ਨਵਾਂ ਜਨਮ ਉਹਦੇ ਅੰਦਰ ਹੈ। Sit down, please. ਬੈਠ ਜਾਈਏ। In that first commission, ਉਹ ਪਹਿਲੀ ਆਗਿਆ ਦੇ ਵਿੱਚ listen, I want to show you the differences. ਮੈਂ ਤੁਹਾਨੂੰ ਕੁਝ ਫਰਕ ਦਿਖਾਉਣਾ ਚਾਹੁੰਦਾ ਹਾਂ। When Brother Branham started the healing ministry, ਜਦੋਂ ਭਾਈ ਬ੍ਰਾਨਮ ਨੇ ਚੰਗਾਈ ਸਭਾਵਾਂ ਸ਼ੁਰੂ ਕੀਤੀਆਂ, commission did not include the signs. ਆਗਿਆ ਦੇ ਵਿੱਚ ਚਿੰਨ ਨਹੀਂ ਸਨ। I don't know how many of you know that. ਮੈਨੂੰ ਨਹੀਂ ਪਤਾ ਤੁਹਾਡੇ ਵਿੱਚੋਂ ਕਿੰਨੇ ਇਸ ਗੱਲ ਨੂੰ ਜਾਣਦੇ ਹਨ। When the angel came with the commission, ਜਦੋਂ ਦੂਤ ਆਗਿਆ ਦੇ ਨਾਲ ਆਇਆ, the commission was, ਸੇਵਕਾਈ ਜੋ ਸੀ, if you can make the people believe you, ਜੇਕਰ ਲੋਕ ਤੇਰੇ ਤੇ ਵਿਸ਼ਵਾਸ ਕਰ ਲੈਣ, nothing will stay before you, even cancer. ਤੇਰੀ ਸੇਵਕਾਈ ਦੇ ਅੱਗੇ ਇਥੋਂ ਤੱਕ ਕੈਂਸਰ ਵੀ ਨਹੀਂ ਠਹਿਰੇਗਾ। Then Brother Branham said, ਫਿਰ
ਭਾਈ ਬ੍ਰਾਨਮ ਨੇ ਕਿਹਾ, but Lord, ਪਰ ਪ੍ਰਭੂ they will not believe me. ਮੇਰੇ ਤੇ ਉਹ ਵਿਸ਼ਵਾਸ ਨਹੀਂ ਕਰਨਗੇ। Then the angel said, ਫਿਰ ਦੂਤ ਨੇ ਕਿਹਾ, to help you, ਤੁਹਾਡੀ ਮਦਦ ਦੇ ਲਈ, as Moses was given 2 signs, ਜਿਵੇਂ ਮੂਸਾ ਨੂੰ 2 ਚਿੰਨ੍ਹ ਦਿੱਤੇ ਗਏ ਸੀ, you will be given 2 signs. ਤੈਨੂੰ ਵੀ 2 ਚਿੰਨ੍ਹ ਦਿੱਤੇ ਜਾਣਗੇ। Brother Branham said, ਭਾਈ ਬ੍ਰਾਨਮ ਨੇ ਕਿਹਾ, the 2 signs was not part of the commission. ਉਹ ਜੋ 2 ਚਿੰਨ੍ਹ ਸਨ ਉਹ ਸੇਵਕਾਈ ਦਾ ਹਿੱਸਾ ਨਹੀਂ ਸਨ। They were only given as a help. ਇਹ ਸਿਰਫ ਮਦਦ ਦੇ ਲਈ ਸਨ। But when the ministry started, ਪਰ ਜਦੋਂ ਸੇਵਕਾਈ ਸ਼ੁਰੂ ਹੋਈ, people started watching the sign and not the commission. ਲੋਕਾਂ ਨੇ ਚਿੰਨ੍ਹ ਵੇਖਣੇ ਸ਼ੁਰੂ ਕੀਤੇ ਪਰ ਸੇਵਕਾਈ ਨੂੰ ਨਹੀਂ ਵੇਖਿਆ। And Brother Branham was pushed to a place ਭਾਈ ਬ੍ਰਾਨਮ ਫਿਰ ਇੱਕ ਸਥਾਨ ਤੇ ਧੱਕ ਦਿੱਤਾ ਗਿਆ। that people only wanted those signs. ਉਹ ਬੜਾ ਪਰੇਸ਼ਾਨ ਕਿ ਲੋਕ ਸਿਰਫ ਚਮਤਕਾਰ ਹੀ ਵੇਖਣਾ ਚਾਹੁੰਦੇ ਹਨ, But nobody could stay at the commission. ਪਰ ਕੋਈ ਵੀ ਸੇਵਕਾਈ ਤੇ ਨਹੀਂ ਠਹਿਰ ਰਿਹਾ। And the commission was, ਪਰ ਸੇਵਕਾਈ ਜੋ ਸੀ, if you can make the people believe you, ਸੇਵਕਾਈ ਇਹ ਸੀ ਕਿ ਜੇਕਰ ਲੋਕ ਤੇਰੇ ਤੇ ਵਿਸ਼ਵਾਸ ਕਰ ਲੈਣ, nothing shall stand before your prayer. ਕੋਈ ਵੀ ਤੇਰੀ ਪ੍ਰਾਰਥਨਾ ਦੇ ਅੱਗੇ ਨਹੀਂ ਠਹਿਰੇਗਾ। Not even cancer. ਇੱਥੋਂ ਤੱਕ ਕੈਂਸਰ। The signs were given as a help. ਚਿੰਨ੍ਹ ਸਿਰਫ ਮਦਦ ਦੇ ਲਈ ਦਿੱਤੇ ਗਏ ਸੀ। And I remember in 1960 or 61 he preached. ਔਰ ਹੋ ਸਕਦਾ ਹੈ 1960 or 61. ਔਰ 61 I think. 1960 ਜਾਂ 1961 ਦੇ ਵਿੱਚ ਉਹਨੇ ਗੱਲ ਪ੍ਰਚਾਰੀ। He preached, as I was with Moses, I'll be with thee. ਔਰ ਉਹਨੇ ਪ੍ਰਚਾਰਿਆ ਕਿ ਜਿਵੇਂ ਮੈਂ ਮੂਸਾ ਦੇ ਨਾਲ ਸੀ ਉਵੇਂ ਮੈਂ ਤੇਰੇ ਨਾਲ ਵੀ ਹੋਵਾਂਗਾ। He said, I have hung on signs and not the commission. ਔਰ ਉਸਨੇ ਕਿਹਾ ਕਿ ਮੈਂ excuse me, I gave more weightage to signs, the 2 signs, than the commission. ਔਰ ਉਸਨੇ ਕਿਹਾ ਕਿ ਮੈਂ ਜ਼ਿਆਦਾ ਜ਼ੋਰ ਚਿੰਨ੍ਹਾਂ ਤੇ ਦਿੱਤਾ ਨਾ ਕਿ ਸੇਵਕਾਈ ਤੇ। He said, that is why I fall weak. ਇਸੇ ਕਰਕੇ ਹੀ ਮੈਂ ਕਮਜ਼ੋਰ ਹੋ ਗਿਆ। That is my punishment. ਇਹ ਮੇਰੀ ਸਜ਼ਾ ਹੈ। People pull from me. ਲੋਕ ਮੇਰੇ ਤੋਂ ਖਿੱਚਦੇ ਹਨ। Then I have to see a vision for them. ਫਿਰ ਮੈਨੂੰ ਕੁਝ ਦਰਸ਼ਨ ਵੇਖਣੇ ਪੈਂਦੇ ਹਨ। And when the vision breaks, ਜਦੋਂ ਦਰਸ਼ਨ ਖੁੱਲਦਾ ਹੈ it weakens me. ਮੈਨੂੰ ਕਮਜ਼ੋਰ ਕਰ ਦਿੰਦਾ ਹੈ। He said, because that was not the perfect will of God. ਔਰ ਉਹਨੇ ਕਿਹਾ ਕਿ ਇਹ ਸੇਵਕਾਈ ਖੁਦਾ ਦੀ ਸਿੱਧ ਮਰਜ਼ੀ ਨਹੀਂ ਸੀ। But when the angel came later on, ਪਰ ਜਦੋਂ ਦੂਤ ਫੇਰ ਆਇਆ, that is why ਇਸੇ ਕਰਕੇ those first 2 signs were impersonated. ਇਸੇ ਕਰਕੇ ਜੋ ਪਹਿਲੇ 2 ਚਿੰਨ੍ਹ ਸੀ ਉਹਨਾਂ ਦੀ ਨਕਲ ਕੀਤੀ ਗਈ। That is why ਇਸੇ ਕਰਕੇ there were many who went in a healing ministry. ਇਸੇ ਕਰਕੇ ਬਹੁਤ ਸਾਰੇ ਲੋਕ ਜੋ ਚੰਗਾਈ ਸਭਾਵਾਂ ਵਿੱਚ ਗਏ, And they also started mimicking the ministry of Brother Branham. ਲੋਕਾਂ ਨੇ ਜਾ ਕੇ ਭਾਈ ਬ੍ਰਾਨਮ ਦੀ ਸੇਵਕਾਈ ਦੀ ਨਕਲ ਕਰਨੀ ਸ਼ੁਰੂ ਕੀਤੀ। And that is why people started saying, ਇਸੇ ਕਰਕੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ, it's not just Brother Branham. ਉਹ ਇਹ ਇਕੱਲਾ ਭਾਈ ਬ੍ਰਾਨਮ ਹੀ ਨਹੀਂ ਕਰ ਸਕਦਾ। We have Oral Roberts. ਉਹ ਸਾਡੇ ਕੋਲ ਰੋਬਰਟ ਹੈ, We have A.A. Allen. ਔਰ ਸਾਡੇ ਕੋਲ ਈਰੀ ਐਲਨ ਹੈ, We have Billy Graham. ਸਾਡੇ ਕੋਲ ਬਿਲੀ ਗ੍ਰਾਮ ਵੀ ਹੈ, We have many preachers. ਸਾਡੇ ਕੋਲ ਬਹੁਤ ਸਾਰੇ ਪ੍ਰਚਾਰਕ ਹਨ। And the main part was lost. ਔਰ ਜੋ ਅਸਲੀ ਹਿੱਸਾ ਸੀ ਉਹ ਗਵਾ ਲਿਆ। Listen, brother. ਸੁਣੋ ਭਾਈਓ, That is why ਇਸੇ ਕਰਕੇ God reserved a second commission. ਇਸੇ ਕਰਕੇ ਖੁਦਾ ਨੇ ਦੂਸਰੀ ਆਗਿਆ ਨੂੰ ਬਚਾ ਕੇ ਰੱਖਿਆ। He knew in that first commission, ਉਹ ਜਾਣਦਾ ਸੀ ਕਿ ਪਹਿਲੀ ਆਗਿਆ ਵਿੱਚ both good and bad will come. ਦੋਨੋਂ ਬੁਰੇ ਤੇ ਭਲੇ ਆਉਣਗੇ। You will have an impersonation. ਔਰ ਤੁਹਾਡੇ ਵਿੱਚ ਨਕਲ ਹੋਵੇਗੀ। I want you to notice in the scripture, ਮੈਂ ਤੁਹਾਡਾ ਵਚਨ ਵੱਲ ਧਿਆਨ ਖਿੱਚਣਾ ਚਾਹੁੰਦਾ ਹਾਂ। what was the message of the first commission? ਪਹਿਲੀ ਆਗਿਆ ਵਿੱਚ ਸੰਦੇਸ਼ ਕੀ ਸੀ? I'll request my brother to read the 7th verse in Matthew 10. ਮੱਤੀ 10ਵੇਂ ਅਧਿਆਇ ਦੀ 7ਵੀਂ ਆਇਤ ਮੈਂ ਪੜਾਉਣਾ ਚਾਹੁੰਦਾ ਹਾਂ। Just read it loudly, brother. ਭਾਈ ਜੀ ਉੱਚੀ ਆਵਾਜ਼ ਵਿੱਚ ਪੜ੍ਹ ਦਿਓ। Matthew 10:7. ਮੱਤੀ 10:7। ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ ਭਈ ਸਵਰਗ ਦਾ ਰਾਜ ਨੇੜੇ ਆਇਆ ਹੈ। Amen. Go and preach. ਜਾਓ ਅਤੇ ਪ੍ਰਚਾਰ ਕਰੋ, The kingdom of heaven is at hand. ਸਵਰਗ ਦਾ ਰਾਜ ਨੇੜੇ ਆ ਗਿਆ ਹੈ। That first commission ਪਹਿਲੀ ਆਗਿਆ ਵਿੱਚ was looking forward ਅੱਗੇ ਵੇਖਣਾ ਸੀ
and was pointing the people to a kingdom that was coming. ਔਰ ਲੋਕਾਂ ਦਾ ਧਿਆਨ ਖਿੱਚਣਾ ਸੀ ਉਸ ਰਾਜ ਵੱਲ ਜੋ ਆ ਰਿਹਾ ਸੀ। In short, I can say ਔਰ ਮੈਂ ਕਹਿਣਾ ਚਾਹਾਂਗਾ the main message of that first commission was ਜੋ ਪਹਿਲੀ ਆਗਿਆ ਵਿੱਚ ਸੰਦੇਸ਼ ਸੀ that these signs and wonders are operated to attract your attention. ਜੋ ਚਿੰਨ ਚਮਤਕਾਰ ਹੋਣਗੇ ਉਹ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਹੋਣਗੇ। But just wait, ਪਰ ਇੰਤਜ਼ਾਰ ਕਰਨਾ something is fixing to happen. ਔਰ ਕੁਝ ਖਾਸ ਹੈ ਜੋ ਠਹਿਰਾ ਦਿੱਤਾ ਗਿਆ ਹੈ ਹੋਣ ਦੇ ਲਈ। Something is going to happen now. ਕੁਝ ਹੋਣ ਜਾ ਰਿਹਾ ਹੈ। That first commission was looking forward ਜੋ ਪਹਿਲੀ ਆਗਿਆ ਸੀ ਉਹ ਅੱਗੇ ਵੇਖਣਾ ਸੀ for something to happen in the future. ਕਿ ਭਵਿੱਖ ਵਿੱਚ ਕੁਝ ਹੋਣ ਵਾਲਾ ਹੈ। And that what was coming in the future was the baptism of the Holy Ghost. ਔਰ ਜੋ ਕੁਝ ਆਉਣ ਵਾਲਾ ਸੀ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਸੀ। It was the inauguration of the church. ਔਰ ਇਹ ਚਰਚ ਦੀ ਇਨੋਗ੍ਰੇਸ਼ਨ ਸੀ। And in Matthew 10, ਔਰ ਮਤੀ 10 ਵਿੱਚ when this ministry started, ਔਰ ਜਦੋਂ ਇਹ ਸੇਵਕਾਈ ਸ਼ੁਰੂ ਹੋਈ it was only looking ahead. ਇਹ ਸਿਰਫ ਅੱਗੇ ਵੇਖਣਾ ਹੀ ਸੀ। That is why ਇਸੇ ਕਰਕੇ when Brother Branham started the ministry, ਜਦੋਂ ਭਾਈ ਬ੍ਰਾਨਮ ਨੇ ਸੇਵਕਾਈ ਸ਼ੁਰੂ ਕੀਤੀ in his messages he said, ਇਹ ਉਹਨੇ ਆਪਣੇ ਸੰਦੇਸ਼ ਵਿੱਚ ਕਿਹਾ he said, I'm still waiting. ਉਹਨੇ ਕਿਹਾ ਮੈਂ ਅਜੇ ਇੰਤਜ਼ਾਰ ਕਰ ਰਿਹਾ ਹਾਂ। Something is fixing to happen. ਕੁਝ ਹੋਣ ਵਾਲਾ ਹੈ। A church is coming ਉਹਨੇ ਕਿਹਾ ਇੱਕ ਕਲੀਸਿਆ ਆ ਰਹੀ ਹੈ without spot and wrinkle. ਜਿਹਦੇ ਉੱਤੇ ਦਾਗ ਅਤੇ ਚੁਰਰੀ ਨਹੀਂ ਹੈ। When men will speak and the words will speak out like lightning. ਔਰ ਐਕਸਕਿਊਜ਼ ਮੀ When people will speak ਜਦੋਂ ਲੋਕ ਬੋਲਣਗੇ and the words will proceed like thunders and lightning. ਔਰ ਉਹਨਾਂ ਦੇ ਮੂੰਹ ਦਾ ਵਚਨ ਗਰਜਨ ਦੀ ਤਰ੍ਹਾਂ ਹੋਵੇਗਾ। There is a super church. ਔਰ ਉਹ ਸੁਪਰ ਚਰਚ ਹੋਵੇਗਾ। It will be a super race. ਔਰ ਇਹ ਸਰਵੋਤਮ ਜਾਤੀ ਹੋਵੇਗੀ। That first commission ਇਹ ਪਹਿਲੀ ਆਗਿਆ ਦੇ was ਵਿੱਚ looking ahead ਇਹ ਅੱਗੇ ਵੇਖਣਾ ਸੀ to a church, ਇੱਕ ਕਲੀਸਿਆ ਵੱਲ, a Pentecost church, ਇੱਕ ਪੈਂਟੀਕੋਸਟਲ ਚਰਚ ਵੱਲ, a manifested son ਇੱਕ ਪ੍ਰਗਟ ਕੀਤਾ ਹੋਇਆ ਪੁੱਤਰ who know the mysteries of God, ਜੋ ਖੁਦਾ ਦੇ ਭੇਤ ਨੂੰ ਜਾਣੇ, who could operate those mysteries. ਜੋ ਉਹਨਾਂ ਭੇਤਾਂ ਨੂੰ ਖੋਲ ਸਕੇ। That first commission ਉਸ ਪਹਿਲੀ ਆਗਿਆ was ਵਿੱਚ only to attract the attention. ਸਿਰਫ ਲੋਕਾਂ ਦਾ ਧਿਆਨ ਖਿੱਚਣਾ ਹੀ ਸੀ। The first pull and second pull ਪਹਿਲੀ ਖਿੱਚ ਅਤੇ ਦੂਸਰੀ ਖਿੱਚ was only to attract the attention. ਇਹ ਸਿਰਫ ਲੋਕਾਂ ਨੂੰ ਖਿੱਚਣਾ ਹੀ ਸੀ। But the main message ਪਰ ਖਾਸ ਸੰਦੇਸ਼ was the new commission. ਇਹ ਸੀ ਨਵੀਂ ਆਗਿਆ It was the third pull. ਔਰ ਇਹ ਤੀਸਰਾ ਖਿਚਾਵ ਸੀ। It could not happen ਇਹ ਏਦਾਂ ਨਹੀਂ ਹੋਵੇਗਾ till the body was broken, ਜਦ ਤੱਕ ਦੇਹ ਨਹੀਂ ਖੁੱਲ ਜਾਂਦੀ, till the seven seals was ਜਦ opened, ਤੱਕ ਮੋਹਰਾਂ ਨਹੀਂ ਖੁੱਲਦੀਆਂ, till the book was opened, ਜਦ ਤੱਕ ਕਿਤਾਬ ਨਹੀਂ ਖੋਲੀ ਜਾਂਦੀ, and the Holy Ghost was released. ਜਦ ਤੱਕ ਪਵਿੱਤਰ ਆਤਮਾ ਨਹੀਂ ਆ ਜਾਂਦਾ। The evening message ਸ਼ਾਮਾਂ ਦਾ ਸੰਦੇਸ਼ released the Holy Ghost. ਪਵਿੱਤਰ ਆਤਮਾ ਨੂੰ ਖੋਲਦਾ ਹੈ। Hallelujah. ਹਾਲੇਲੂਇਆ। That it can come upon a believer. ਤਾਂ ਕਿ ਉਹ ਲੋਕਾਂ ਦੇ ਉੱਤੇ ਵਿਸ਼ਵਾਸੀਆਂ ਉੱਤੇ ਠਹਿਰ ਸਕੇ। Listen, brother, in Mark 16, what does he say? ਔਰ ਮਰਕੁਸ 16 ਦੇ ਵਿੱਚ ਦੇਖੋ ਭਾਈਓ ਕੀ ਕਹਿੰਦਾ ਹੈ। It's a very strange scripture, ਇਹ ਬੜਾ ਅਨੋਖਾ ਵਚਨ ਹੈ। but I'd like to show you something here. ਪਰ ਮੈਂ ਤੁਹਾਨੂੰ ਇੱਥੇ ਕੁਝ ਵਿਖਾਉਣਾ ਚਾਹੁੰਦਾ ਹਾਂ। Amen. ਆਮੀਨ। Just see ਤੁਸੀਂ ਦੇਖੋ what is being said here. ਔਰ ਦੇਖੋ ਇੱਥੇ ਕੀ ਕਿਹਾ ਗਿਆ ਹੈ। This second commission ਦੂਸਰੀ ਆਗਿਆ is now happening on another day, ਇਹ ਕਿਸੇ ਹੋਰ ਦਿਨ ਹੋ ਰਹੀ ਹੈ and it is a new day. ਔਰ ਇਹ ਨਵਾਂ ਦਿਨ ਹੈ। A new sun has come. ਇੱਕ ਨਵਾਂ ਸੂਰਜ ਆ ਚੁੱਕਾ ਹੈ। ਸਨ ਮੀਨਸ SON। S-O-N. ਓਕੇ ਇੱਕ ਨਵਾਂ ਪੁੱਤਰ ਹੁਣ ਆ ਚੁੱਕਾ ਹੈ। Not S-U-N, but S-O-N. SUN ਨਹੀਂ SON ਸਨ ਭਾਵ ਪੁੱਤਰ। When? Amen. Oh, okay, I'll also take this opportunity. Please listen carefully. ਧਿਆਨ ਦੇ ਨਾਲ ਸੁਣੋ। If we are operating signs and wonders, ਜੇਕਰ ਅਸੀਂ ਸਿਰਫ ਚਿੰਨ ਚਮਤਕਾਰ ਹੀ ਕਰਦੇ ਹਾਂ, Methodists also have it. ਮੈਥੋਡਿਸਟ ਵੀ ਇਹ ਕਰਦੇ ਹਨ, Pentecostals also have it. ਪੈਂਟੀਕੋਸਟਲ ਵੀ ਇਹ ਕਰਦੇ ਹਨ। And I don't deny it. ਮੈਂ ਇਸ ਦਾ ਇਹਨੂੰ ਮਨਾ ਨਹੀਂ ਕਰਦਾ। It should be. ਇਹ ਹੋਣੇ ਚਾਹੀਦੇ ਹਨ It should be in the church. ਔਰ ਇਹ ਕਲੀਸਿਆ ਵਿੱਚ ਹੋਣੇ ਚਾਹੀਦੇ ਹਨ। But I want to say ਪਰ ਮੈਂ ਕਹਿਣਾ ਚਾਹੁੰਦਾ ਹਾਂ that is not enough. ਇਹ ਕਾਫੀ ਨਹੀਂ ਹੈ। The message does not stop at repentance.
ਸੰਦੇਸ਼ ਸਿਰਫ ਪਛਤਾਵੇ ਉੱਤੇ ਹੀ ਨਹੀਂ ਰੁਕਦਾ। The message is not just calling out. ਸੰਦੇਸ਼ ਸਿਰਫ ਬਾਹਰ ਬੁਲਾਉਣਾ ਹੀ ਨਹੀਂ ਹੈ। The message is taking in. ਮੈਸੇਜ ਦਾ ਮਤਲਬ ਹੈ ਬਾਹਰ ਬੁਲਾਉਣਾ ਤੇ ਅੰਦਰ ਲੈ ਜਾਣਾ। Redemption has two parts. ਔਰ ਛੁਟਕਾਰੇ ਦੇ ਦੋ ਹਿੱਸੇ ਹਨ, Calling out ਬਾਹਰ ਬੁਲਾਉਣਾ and pulling in. ਤੇ ਫਿਰ ਅੰਦਰ ਲੈ ਜਾਣਾ। Now in Mark 16 you find ਮਰਕਸ 16 ਦੇ ਵਿੱਚ ਤੁਸੀਂ ਵੇਖੋ, this was a different Jesus now. ਇਹ ਹੁਣ ਅਲੱਗ ਯੀਸ਼ੂ ਹੈ। This was not Jesus in flesh and blood. ਇਹ ਯੀਸ਼ੂ ਹੁਣ ਲਹੂ ਮਾਸ ਵਾਲਾ ਯੀਸ਼ੂ ਨਹੀਂ ਹੈ। This is a different Jesus. ਇਹ ਹੁਣ ਫਰਕ ਯੀਸ਼ੂ ਹੈ। This is a glorified body. ਇਹ ਮਹਿਮਾਮਈ ਬਦਨ ਵਾਲਾ ਯੀਸ਼ੂ ਹੈ। This is a resurrected Lord. ਇਹ ਮੁਰਦਿਆਂ ਚੋਂ ਜੀ ਉਠਿਆ ਪ੍ਰਭੂ ਹੈ। This commission, ਇਹ ਆ ਗਿਆ which is in Mark 16. ਜੋ ਕਿ ਮਰਕਸ 16 ਦੇ ਵਿੱਚ ਹੈ। And I'd like to show you something. ਮੈਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦਾ ਹਾਂ। I have got the original Scofield which Brother Branham used to read. ਔਰ ਮੈਂ ओरिजिनल बाइबल पढ़ रहा हाँ जो कि भाई ब्रानम पढ़ा करते स्कोफील्ड बाइबल। And the footnotes of Scofield says, और जो स्कोफील्ड दा फुटनोट पावे हेठा लिखी टिप्पणी है that Mark 16 मरकुस 16 from 9th verse onwards is not there in the original manuscripts. और असली बाइबल दे विच मरकुस 16 9ਵੀਂ ਐਤ ਤੋਂ ਲੈ ਕੇ ਅੱਗੇ ਤੱਕ ਅਸਲੀ ਬਾਈਬਲ ਵਿੱਚ ਨਹੀਂ ਹੈ। I mean not I'll not say asli Bible. In the original manuscripts, I mean those papers. ਉਹਨਾਂ ਪੇਪਰਾਂ ਵਿੱਚ ਨਹੀਂ ਹੈ, ਮੂਲ ਲਿਖਤਾਂ ਵਿੱਚ ਨਹੀਂ ਹੈ। And it says, ਔਰ ਇਹ ਕਹਿੰਦਾ ਹੈ, and those two most ancient manuscripts are Sinaitic and the Vatican versions. ਔਰ ਇਹ ਜੋ ਦੋ ਵਚਨ ਹਨ ਇਹ ਸਿਰਫ ਦੋ ਲਿਖਤਾਂ ਜੋ ਹਨ ਇਹ ਸਿਰਫ ਵੈਟੀਕਨ ਦੀ ਪੱਤਰੀਆਂ ਵਿੱਚ ਹਨ। Vatican and Sinaitic. और Sinaitic means Israelite. और इस्राएल और वैटिकन दी बाइबल की विच जो हैं। ओरिजिनल लिखते हैं जी। you don't find from verse 9 onwards. और 9वें वचन तो अगे तुसी उस मूल बाइबल विच नहीं पढ़ सकते लाभ सकते। That is why ऐसे करके the Roman Catholic Church denies Mark 16 from verse 9. ऐसे करके रोमन कैथोलिक जो है वो मरकुस 16वें अध्याय दी 9ਵੀਂ ਤੋਂ ਅਗਲੀਆਂ ਆਇਤਾਂ ਨੂੰ ਇਨਕਾਰ ਕਰਦੀ ਹੈ। But you see there's a very interesting fact written here. ਔਰ ਤੁਸੀਂ ਵੇਖੋ ਇੱਥੇ ਇੱਕ ਬਹੁਤ ਹੀ ਵਧੀਆ ਸੱਚ ਲਿਖਿਆ ਹੋਇਆ ਹੈ। Though Vatican did not quote it, ਭਾਵੇਂ ਕਿ ਵੈਟੀਕਨ ਇਸ ਗੱਲ ਦਾ ਹਵਾਲਾ ਨਹੀਂ ਦਿੰਦਾ, but it was quoted by Irenaeus. ਪਰ ਇਹ ਹਵਾਲਾ ਇਰੇਨੀਅਸ ਦੁਆਰਾ ਦਿੱਤਾ ਗਿਆ। You see, the first one to quote from verse 9 onwards was Irenaeus. और ਤੁਸੀਂ ਵੇਖੋ ਜੋ 16वें अध्याय ਦੀ 9ਵੀਂ आयत ਤੋਂ ਅਗਲਾ ਹਿੱਸਾ ਹੈ ਇਹ ਇਰੇਨੀਅਸ ਨੇ ਬੋਲਿਆ। And Irenaeus was a student of Polycarp. और इरेनियस पोलीकार्प दा चेला सी। And Polycarp was a student of John. और पोलीकार्प यूहन्ना दा चेला सी। And Irenaeus और इरेनियस was the messenger of the second church age. और इरेनियस दूसरे कलीसिया काल दा दूत सी। And that is why ऐसे करके when the seventh angel came, जदों सतवां नबी आया he quoted the second messenger उन्हें दूसरे दूत नु कोट कीता and said, उन्हें क्या Mark 16 मरकुस 16 from verse 9 उन्हें क्या 9वें वचन तो लेके is all inspired. ये सारा प्रेरणा ना भरया होया है। He said it is inspired उन्हें क्या ये प्रेरणा है because क्योंकि though it was not written, भावें लिखिया नहीं गया but Irenaeus later on wrote it. पर उन्हें इरेनियस ने बाद विच लिख दिता। And today आज it is a part of the Bible. और ये बाइबल दा हिस्सा है। And what is that part ये हिस्सा की है which was not written? जो लिखिया नहीं गया। Now, Brother Robin, भाई रॉबिन I also remember there was something else in the Bible. और मैं याद करता कुछ और भी है Bible में बाइबल विच which was not written. जो लिखिया नहीं गया सी। How many of you remember that? किन्नियां नु ये गल याद है? Mark 16 was not written. मरकुस 16 लिखिया नहीं गया। It was hidden. ये छुपया होया सी। What was that?
ਇਹ ਕੀ ਸੀ? A commission. ਇਹ ਆਗਿਆ ਸੀ, A commission ਇਹ to the ਆਗਿਆ ਸੀ। bride. ਉਹ ਬਪਤਿਸਮਾ ਦੇਣ ਦੇ ਲਈ ਆਗਿਆ ਸੀ, A commission to the elect. ਇਹ ਚੁਣਿਆ ਹੋਇਆਂ ਦੀ ਆਗਿਆ ਸੀ। Rome could never see it. ਰੋਮ ਇਹਨੂੰ ਵੇਖ ਨਹੀਂ ਪਾਇਆ, Many people in the world couldn't see it. ਸੰਸਾਰ ਦੇ ਬਹੁਤ ਸਾਰੇ ਲੋਕ ਇਹਨੂੰ ਵੇਖ ਨਹੀਂ ਪਾਏ, But the seventh angel quoted it. ਪਰ ਸਤਵੇਂ ਦੂਤ ਨੇ ਇਹਦਾ ਹਵਾਲਾ ਦਿੱਤਾ। And when King James wrote his Bible, ਔਰ ਜਦੋਂ ਕਿੰਗ ਜੇਮਸ ਨੇ ਬਾਈਬਲ ਨੂੰ ਲਿਖਿਆ, he included from verse 9. ਉਹਨੇ 9ਵੇਂ ਆਇਤ ਤੋਂ ਲੈ ਕੇ ਜੋੜ ਦਿੱਤਾ, Because it was a part of the inspiration. ਕਿਉਂਕਿ ਇਹ ਪ੍ਰੇਰਣਾ ਦਾ ਹਿੱਸਾ ਹੈ। These signs shall follow them that believe. ਔਰ ਲਿਖਿਆ ਗਿਆ ਕਿ ਜੋ ਨੇਚਾ ਕਰਨਗੇ ਉਹਨਾਂ ਨਾਲ ਨਿਸ਼ਾਨ ਹੋਣਗੇ। And go into all the world. ਉਹ ਸੰਸਾਰ ਵਿੱਚ ਜਾਓ। But before that commission, ਇਸ ਆਗਿਆ ਤੋਂ ਪਹਿਲਾਂ what is the happening? ਕੀ ਹੋਇਆ? Early in the morning, ਸੁਬਾ ਸੁਬਾ a mighty angel came down ਇੱਕ ਮਹਾਬਲੀ ਦੂਤ ਆਇਆ, and he opened the seal ਉਹਨੇ ਮੋਹਰਾਂ ਨੂੰ ਖੋਲਿਆ and said the tomb is empty. ਔਰ And he explained that the tomb is empty. ਔਰ ਉਹਨੇ ਆਖਿਆ ਕਬਰ ਖੁੱਲੀ ਹੋਈ ਹੈ। Jesus is not there. ਉਹਨੇ ਕਿਹਾ ਯੀਸ਼ੂ ਕਬਰ ਵਿੱਚ ਨਹੀਂ ਹੈ, He's the living and you cannot find him amongst the dead. ਔਰ ਉਹ ਜਿਉਂਦਾ ਹੈ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੇ ਹੋ? You cannot find him there. ਤੁਸੀਂ ਉਹਨੂੰ ਉੱਥੇ ਨਹੀਂ ਲੱਭ ਸਕਦੇ। That mighty angel came ਉਹ ਸਵਰਗਦੂਤ, ਉਹ ਮਹਾਬਲੀ ਦੂਤ ਆਇਆ, and he opened the seal. ਉਹਨੇ ਮੋਹਰਾਂ ਨੂੰ ਖੋਲਿਆ। And when he opened the seal, ਜਦੋਂ ਉਹਨੇ ਮੋਹਰ ਤੋੜੀ, it had a message. ਇੱਕ ਸੰਦੇਸ਼ ਆਇਆ। The word has risen, ਉਹਨੇ ਕਿਹਾ ਵਚਨ ਜੀ ਉੱਠਿਆ ਹੈ, which Rome had killed. ਜਿਸ ਨੂੰ ਰੋਮ ਨੇ ਮਾਰਿਆ ਸੀ। The word ਵਚਨ which the Roman Catholic Church killed. ਜਿਸ ਨੂੰ ਰੋਮਨ ਕੈਥੋਲਿਕ ਚਰਚ ਨੇ ਮਾਰਿਆ ਸੀ। When the mighty angel came today ਜਦੋਂ ਮਹਾਬਲੀ ਦੂਤ ਅੱਜ ਆਇਆ, and opened the seventh seal, ਉਹਨੇ 7ਵੀਂ ਮੋਹਰ ਨੂੰ ਖੋਲਿਆ। he brought a message. ਉਹਨੇ ਇੱਕ ਸੰਦੇਸ਼ ਲਿਆਂਦਾ। That word ਉਹਨੇ ਕਿਹਾ ਇਹ ਸੰਸਾਰ, which denominations had killed, ਇਹ ਵਚਨ ਜੋ ਮਿਸ਼ਨਾਂ ਨੇ ਮਾਰ ਦਿੱਤਾ ਸੀ, has risen again. ਉਹ ਮੁਰਦਿਆਂ ਚੋਂ ਜੀ ਉੱਠਿਆ What ਹੈ। did Jesus say? ਫਿਰ ਯੀਸ਼ੂ ਨੇ ਕਿਹਾ I was dead. ਮੈਂ ਉੱਥੇ ਸੀ, I was dead, ਮੈਂ ਮਰ ਗਿਆ ਸੀ, but I am alive. ਹੁਣ ਮੈਂ ਜਿਉਂਦਾ ਹਾਂ। Jesus Christ, ਯੀਸ਼ੂ ਮਸੀਹ, the living word, वो जिंदा वचन, the Logos. लोगोस, Hallelujah. हालेलुया। And the best part, और खास जो हिस्सा, when the seventh seal opened, ਜਦੋਂ 7ਵੀਂ मोहर आई, in types in the first coming, ए, तस्वीरों में, उन ਉਹਨਾਂ ਤਸਵੀਰਾਂ 'ਚ ਜੋ ਪਹਿਲੀ ਆਮਦ ਵਿੱਚ ਸੀ, when Jesus rose up, ਜਦੋਂ ਯੀਸ਼ੂ ਮਸੀਹ ਜੀ ਉੱਠਿਆ, he didn't hide himself. ਉਹਨੇ ਆਪਣੇ ਆਪ ਨੂੰ ਛੁਪਾਇਆ ਨਹੀਂ। He started appearing before the elect. ਉਹਨੇ ਆਪਣੇ ਆਪ ਨੂੰ ਚੁਣਿਆ ਤੇ ਪ੍ਰਗਟ ਕਰਨਾ ਸ਼ੁਰੂ ਕੀਤਾ। Mary Magdalene saw him first. ਉਹਨੇ ਮਰੀਮ ਮਗਦਲੀਨੀ ਨੂੰ ਪਹਿਲਾਂ ਆਪਣਾ ਆਪ ਵਿਖਾਇਆ। And Mary said, ਮਰੀਮ ਨੇ ਕਿਹਾ, the seal is open. ਉਹਨੇ ਕਿਹਾ ਮੋਹਰ ਖੁੱਲ ਗਈ। Hallelujah. ਹਾਲੇਲੂਇਆ। Then came other sisters. ਫਿਰ ਦੂਸਰੀਆਂ ਭੈਣਾਂ ਆਈਆਂ। And sisters means churches. ਭੈਣਾਂ ਦਾ ਮਤਲਬ ਕਲੀਸਿਆ, Because woman means churches. ਕਿਉਂਕਿ ਔਰਤ ਦਾ ਮਤਲਬ ਕਲੀਸਿਆ ਹੈ। More churches came ਬਹੁਤ ਸਾਰੀਆਂ ਕਲੀਸਿਆਵਾਂ ਆ ਗਈਆਂ। and said, yes, ਉਹਨਾਂ ਨੇ ਕਿਹਾ ਹਾਂ। the tomb is open. ਉਹਨੇ ਕਿਹਾ ਕਬਰ ਖੁੱਲੀ ਹੋਈ The ਹੈ, seal is open. ਮੋਹਰਾਂ ਖੁੱਲ ਗਈਆਂ Some ਹਨ। people said, ਕੁਝ ਲੋਕਾਂ ਨੇ ਕਿਹਾ, the seventh seal is not yet open. ਉਹਨਾਂ ਕਿਹਾ 7ਵੀਂ ਮੋਹਰ ਅਜੇ ਖੁੱਲੀ ਨਹੀਂ But ਹੈ। these women said, ਪਰ ਇਹਨਾਂ ਔਰਤਾਂ ਨੇ the ਕਿਹਾ seal is open. ਕਬਰ ਖੁੱਲ ਗਈ ਹੈ। What is the sign? ਇਹ ਚਿੰਨ੍ਹ ਕੀ ਸੀ? He appeared. ਉਹ ਪ੍ਰਗਟ ਹੋ ਗਿਆ। I saw him. ਔਰ ਇਹਦਾ ਮਤਲਬ ਮੈਂ ਉਹਨੂੰ ਵੇਖਿਆ ਹੈ, I saw him with my eyes. ਔਰ ਮੈਂ ਉਹਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। Oh my. ਓ ਮੇਰੇ ਪ੍ਰਭੂ, ਪ੍ਰੇਜ਼ ਦ ਲਾਰਡ, My God. ਮੇਰੇ ਖੁਦਾ, What a message. ਉਹ ਕਿਆ ਸੰਦੇਸ਼ ਹੈ। Sit down, please. ਬੈਠ ਜਾਈਏ। Here are these people ਇੱਥੇ ਕੁਝ ਲੋਕ ਹਨ who had seen his appearing. ਜੋ ਉਹਦਾ ਪ੍ਰਗਟ ਹੋਣਾ ਵੇਖ ਰਹੇ ਹਨ। You know, something that appears can disappear. ਤੁਹਾਨੂੰ ਪਤਾ ਜੋ ਚੀਜ਼ ਪ੍ਰਗਟ ਹੁੰਦੀ ਹੈ ਉਹ ਕਦੇ ਛੁਪ ਵੀ ਸਕਦੀ ਹੈ। That body in which Jesus was, ਜੋ ਦੇਹ ਹੁਣ ਯਿਸੂ ਦੇ ਕੋਲ ਸੀ, it could appear and disappear. ਇਹ ਪ੍ਰਗਟ ਵੀ ਹੋ ਜਾਂਦੀ ਸੀ ਤੇ ਛੁਪ ਵੀ ਜਾਂਦੀ ਸੀ। Appear, disappear. Appear, disappear. ਪ੍ਰਗਟ ਹੋਣਾ, ਛੁਪ ਜਾਣਾ, ਪ੍ਰਗਟ ਹੋਣਾ, ਛੁਪ ਜਾਣਾ। Like it happened in the house of Cleopas. ਔਰ ਇਹ ਗੱਲ ਕਲਿਓਪਾਸ ਦੇ ਘਰ ਵਿੱਚ ਵੀ ਹੋਈ। In Emmaus, ਔਰ ਅਮਾਉਸ ਦੇ ਰਾਹ ਤੇ when he broke the bread, ਜਦੋਂ ਉਹਨੇ ਰੋਟੀ ਨੂੰ ਤੋੜਿਆ, this is Jesus, ਇਹ ਯਿਸੂ ਹੈ, disappeared.
ਜਦੋਂ ਨੇ ਰੋਟੀ ਤੋੜੀ ਉਹ ਪ੍ਰਗਟ ਸੀ ਪਰ ਉਹਦੇ ਵੇਖਦਿਆਂ ਹੀ ਉਹ ਛੁਪ ਗਿਆ and appeared somewhere else. ਔਰ ਹੋਰ ਕਿਤੇ ਜਾ ਕੇ ਪ੍ਰਗਟ ਹੋ ਗਿਆ Now he is appearing here to the 11. ਹੁਣ ਉਹ 11 ਉੱਤੇ ਪ੍ਰਗਟ ਹੋ ਰਿਹਾ ਹੈ These 11 are those who are a part of the first commission. ਔਰ ਇਹ 11 ਉਹ ਹਨ ਜੋ ਉਹਦੀ ਪਹਿਲੀ ਆਗਿਆ ਦਾ ਹਿੱਸਾ ਹਨ But the 12th one is now missing. ਪਰ ਹੁਣ 12ਵਾਂ ਇੱਥੇ ਨਹੀਂ ਹੈ Judas is not there. ਯਹੂਦਾ ਇੱਥੇ ਨਹੀਂ ਹੈ But the problem with these people is ਪਰ ਇਹਨਾਂ ਲੋਕਾਂ ਦੀ ਸਮੱਸਿਆ ਇਹ ਹੈ when these sisters came, ਜਦੋਂ ਇਹ ਭੈਣਾਂ ਇਹਨਾਂ ਦੇ ਕੋਲ ਆਈਆਂ when some brothers came ਜਦੋਂ ਕੁਝ ਭਾਈ ਇਹਨਾਂ ਦੇ ਕੋਲ ਆਏ and said, ਔਰ ਕਿਆ he has appeared again. ਉਹਨੇ ਕਿਹਾ ਉਹ ਫੇਰ ਪ੍ਰਗਟ ਹੋਇਆ ਹੈ He has risen indeed. ਉਹ ਸੱਚ ਵਿੱਚ ਮੁਰਦਿਆਂ ਚੋਂ ਜੀ ਉੱਠਿਆ ਹੈ The seal is opened. ਮੋਹਰ ਖੁੱਲ ਚੁੱਕੀ ਹੈ These did not believe. ਇਹ ਲੋਕਾਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ No, 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 no. ਉਹਨਾਂ ਕਿਹਾ ਨਹੀਂ 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 I only believe in that pillar of fire that came till 1965. ਉਹਨਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਉਹੀ ਵਿਸ਼ਵਾਸ ਕਰਦਾ ਹਾਂ ਉਸ ਪਿਲਰ ਆਫ ਫਾਇਰ ਉੱਤੇ ਅੱਗ ਦੇ ਖੰਭੇ ਤੇ ਜੋ 1963 ਵਿੱਚ ਆਇਆ And there's no pillar of fire after that. ਉਸ ਅੱਗ ਦੇ ਖੰਭੇ ਤੋਂ ਬਾਅਦ ਕੋਈ ਅੱਗ ਦਾ ਖੰਭਾ ਨਹੀਂ ਹੈ But suppose there is. ਪਰ ਹੋ ਵੀ ਸਕਦਾ ਹੈ Suppose it comes here tonight, today, now. ਅੱਜ ਵੀ ਉਹ ਆ ਸਕਦਾ ਹੈ What did Brother Branham say? ਭਾਈ ਬ੍ਰਾਨਮ ਨੇ ਕੀ ਕਿਹਾ The pillar of fire takes the church into the millennium. ਭਾਈ ਬ੍ਰਾਨਮ ਨੇ ਕਿਹਾ ਅੱਗ ਦਾ ਖੰਭਾ ਹੀ ਕਲੀਸਿਆ ਨੂੰ 1000 ਸਾਲੇ ਰਾਜ ਵਿੱਚ ਲੈ ਕੇ ਜਾਵੇਗਾ Listen, and millennium has not yet come. ਔਰ ਵੇਖੋ 1000 ਸਾਲਾ ਰਾਜ ਅਜੇ ਆਇਆ ਨਹੀਂ ਹੈ That means the pillar of fire is still with the church. ਇਹਦਾ ਮਤਲਬ ਅੱਗ ਦਾ ਖੰਭਾ ਅਜੇ ਵੀ ਕਲੀਸਿਆ ਦੇ ਨਾਲ ਹੈ You see it or you don't see it, doesn't matter, but it is here. ਤੁਸੀਂ ਵੇਖੋ ਜਾਂ ਨਾ ਵੇਖੋ ਪਰ ਉਹ ਇੱਥੇ ਹੈ And the problem is, ਪਰ ਸਮੱਸਿਆ ਇਹ ਹੈ when he appears, ਜਦੋਂ ਪ੍ਰਗਟ ਹੁੰਦਾ ਹੈ and some people say, ਕੁਝ ਲੋਕ ਕਹਿੰਦੇ ਹਨ we saw him. ਅਸੀਂ ਉਹਨੂੰ ਵੇਖਿਆ ਹੈ Others say, ਦੂਸਰੇ ਕਹਿੰਦੇ ਹਨ nonsense. ਮੂਰਖ ਨੇ We don't believe all that. ਅਸੀਂ ਨਹੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦੇ Then Jesus appeared to them. ਫਿਰ ਯਿਸੂ ਉਹਨਾਂ ਤੇ ਵੀ ਪ੍ਰਗਟ ਹੋਇਆ And the Bible says, ਬਾਈਬਲ ਕਹਿੰਦੀ ਹੈ he rebuked them ਔਰ ਉਸਨੇ ਉਹਨਾਂ ਨੂੰ ਝਿੜਕਿਆ because of the hardness of their heart. ਉਹਨਾਂ ਦੀ ਸਖਤ ਦਿਲੀ ਦੇ ਕਾਰਨ Because they had not believed ਕਿਉਂਕਿ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਸੀ that he is risen. ਕਿ ਉਹ ਮੁਰਦਿਆਂ ਚੋਂ ਜੀ ਉੱਠਿਆ ਹੈ In other words, ਦੂਸਰੇ ਸ਼ਬਦਾਂ ਵਿੱਚ they could not come to the revelation of that seal. ਔਰ ਉਹ ਇਸ ਮੋਹਰ ਦੇ ਪ੍ਰਕਾਸ਼ਨ ਤੇ ਆ ਨਹੀਂ ਸਕੇ Let me tell you, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ people who are not spiritual, ਜੋ ਲੋਕ ਆਤਮਿਕ ਨਹੀਂ ਹਨ they will be stuck with carnal things. ਔਰ ਉਹ ਕੁਝ ਕਾਰਨਲ ਚੀਜ਼ਾਂ ਦੇ ਨਾਲ ਸਰੀਰਕ ਚੀਜ਼ਾਂ ਦੇ ਨਾਲ ਰੁਕ ਜਾਂਦੇ ਹਨ They cannot achieve the main goal. ਔਰ ਉਹ ਆਖਰੀ ਉਸ ਅਸਲੀ ਨਿਸ਼ਾਨੇ ਤੇ ਨਹੀਂ ਪਹੁੰਚਦੇ What is the color of your fan? ਤੁਹਾਡੇ ਪੱਖੇ ਦਾ ਰੰਗ ਕੀ ਹੈ No, no, this is wrong according to the message. ਇਹ ਮੈਸੇਜ ਦੇ ਮੁਤਾਬਕ ਠੀਕ ਨਹੀਂ ਹੈ ਇਹ ਪੱਖੇ ਦਾ ਰੰਗ And you had a teddy bear in your house? ਔਰ ਤੁਹਾਡੇ ਘਰ ਦੇ ਵਿੱਚ ਟੈਡੀ ਬੀਅਰ ਹੈ Oh, this is wrong in the message. ਉਹ ਮੈਸੇਜ ਦੇ ਵਿੱਚ ਬੜਾ ਗਲਤ ਹੈ Listen, brother. ਸੁਣੋ ਭਾਈਓ And you should not have this, and you should not have this, and you should do this, and you should not do this. ਔਰ ਲੋਕ ਕਹਿੰਦੇ ਹਨ ਤੁਸੀਂ ਇਹ ਨਹੀਂ ਕਰਨਾ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਆ ਨਾ ਕਰੋ ਉਹ ਨਾ ਕਰੋ We have some basic principles in the message. Amen. ਸਾਡੇ ਕੋਲ ਸੰਦੇਸ਼ ਦੇ ਵਿੱਚ ਕੁਝ ਖਾਸ ਸਿੱਖਿਆਵਾਂ ਹਨ ਜਾਂ ਸੰਵਿਧਾਨ ਮੈਂ ਕੀ ਕਹਾਂਗਾ ਪ੍ਰਿੰਸੀਪਲਸ ਸਿਧਾਂਤ ਸਾਡੇ ਕੋਲ ਸਿਧਾਂਤ ਹਨ ਮੈਸੇਜ ਦੇ Sisters should have long hair. Amen. ਭੈਣਾਂ ਦੇ ਲੰਬੇ ਵਾਲ ਹੋਣੇ ਚਾਹੀਦੇ ਹਨ ਮੈਸੇਜ ਦੇ ਮੁਤਾਬਕ Sisters should not cut their hairs. Amen. ਔਰ ਭੈਣਾਂ ਨੂੰ ਆਪਣੇ ਵਾਲ ਨਹੀਂ ਕੱਟਣੇ ਚਾਹੀਦੇ Sisters should not adorn themselves in all kinds of worldly jewelries. ਔਰ ਭੈਣਾਂ ਨੂੰ ਬਾਹਰੀ ਸੰਸਾਰਿਕ ਉਹ ਜੁਐਲਰੀ ਭਾਵ ਗਹਿਣੇ ਨਹੀਂ ਪਾਉਣੇ ਚਾਹੀਦੇ That is word and that is the message. ਇਹ ਸੰਦੇਸ਼ ਅਤੇ ਵਚਨ ਹੈ And sisters should not adorn themselves as the world does. ਔਰ ਭੈਣਾਂ ਨੂੰ ਸੰਸਾਰ ਦੀ ਤਰ੍ਹਾਂ ਆਪਣੇ ਆਪ ਨੂੰ ਸਜਾਉਣਾ ਨਹੀਂ ਚਾਹੀਦਾ That's right. ਇਹ ਠੀਕ ਹੈ There are some basic principles. ਇਹ ਕੁਝ ਖਾਸ ਔਰ ਮੁੱਢਲੇ ਸਿਧਾਂਤ ਹਨ Men should not wear women's clothes. Women should not wear men's clothes. ਆਦਮੀਆਂ ਨੂੰ ਔਰਤਾਂ ਦਾ ਪਹਿਰਾਵਾ ਨਹੀਂ ਪਾਉਣਾ ਚਾਹੀਦਾ ਔਰਤਾਂ ਨੂੰ ਆਦਮੀਆਂ ਦਾ ਪਹਿਰਾਵਾ ਨਹੀਂ ਪਾਉਣਾ ਚਾਹੀਦਾ Tell me, ਮੈਨੂੰ ਦੱਸੋ
Anybody in this hall, I mean in this pandal, ਇਸ ਪੰਡਾਲ ਦੇ ਵਿੱਚ ਜੇਕਰ ਕੋਈ ਹੈ, is this the end time message? ਕੀ ਇਹੀ ਅੰਤ ਸਮੇਂ ਦਾ ਸੰਦੇਸ਼ ਹੈ? Why is everybody so quiet? ਸਭ ਲੋਕ ਚੁੱਪਚਾਪ ਕਿਉਂ ਹੋ ਗਏ? Is this the message? ਕੀ ਇਹੀ ਸੰਦੇਸ਼ ਹੈ? Or I should now use another word. ਕਿ ਮੈਂ ਹੁਣ ਦੂਸਰੇ ਸ਼ਬਦਾਂ ਵਿੱਚ ਤੁਹਾਨੂੰ ਕੁਝ ਕਵਾਂ, Or ਜਾਂ this is a preparation for the message. ਇਹ ਤਾਂ ਸਿਰਫ ਸੰਦੇਸ਼ ਦੇ ਲਈ ਤਿਆਰ ਹੋਣਾ ਹੈ। In Brother Branham's own words, ਭਾਈ ਬ੍ਰਾਨਮ ਦੇ ਆਪਣੇ ਸ਼ਬਦਾਂ ਵਿੱਚ, in the message rapture, he said, ਉਹਨੇ ਉਠਾਏ ਜਾਣ ਵਾਲੇ ਸੰਦੇਸ਼ ਵਿੱਚ ਕਿਹਾ, he said, all the time I was waiting for the message and it came when the seals were opened. ਉਹਨੇ ਕਿਹਾ ਮੈਂ ਹਮੇਸ਼ਾ ਸੰਦੇਸ਼ ਦਾ ਇੰਤਜ਼ਾਰ ਕਰਦਾ ਰਿਹਾ, ਪਰ ਇਹ ਉਦੋਂ ਆਇਆ ਜਦੋਂ ਮੋਹਰਾਂ ਖੁੱਲ ਗਈਆਂ। The message came when the book opened. ਸੰਦੇਸ਼ ਤੇ ਉਦੋਂ ਆਇਆ ਜਦੋਂ ਮੋਹਰਾਂ ਖੁੱਲੀਆਂ। Many of us are only tied with preparations. ਔਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਬਸ ਤਿਆਰੀ ਦੇ ਨਾਲ ਹੀ ਬੱਧੇ ਹੋਏ ਹਨ, Because many are not even ready. ਕਿਉਂਕਿ ਬਹੁਤ ਸਾਰੇ ਅਜੇ ਤੱਕ ਤਿਆਰ ਹੀ ਨਹੀਂ ਹੋਏ। Many have not understood sanctification. ਔਰ ਬਹੁਤ ਸਾਰੇ ਲੋਕ ਅਜੇ ਧਰਮੀ ਠਹਿਰਾਏ ਜਾਣਾ ਪਵਿੱਤਰੀਕਰਨ ਨੂੰ ਤੇ ਹੀ ਰੁਕੇ ਹੋਏ ਹਨ। Amen. ਹਾਂਜੀ, That's right. ਔਰ ਇਹ ਠੀਕ ਹੈ। Not to watch wrong things. ਬੁਰੀਆਂ ਚੀਜ਼ਾਂ ਨੂੰ ਨਹੀਂ ਵੇਖਣਾ। Take the TV out. ਟੀਵੀ ਨੂੰ ਬਾਹਰ ਸੁੱਟ ਦਿਓ। And I was sharing it in my church also. ਇਹ ਮੈਂ ਆਪਣੇ ਚਰਚ ਵਿੱਚ ਵੀ ਰੱਖ ਰਿਹਾ ਸੀ, Our brother was saying it today morning. ਔਰ ਅੱਜ ਮੈਂ ਕਿਸੇ ਭਾਈ ਨੂੰ ਦੱਸ ਰਿਹਾ ਸੀ। And I would say, TV has gone, but internet has come in. ਮੈਂ ਦੱਸਿਆ ਕਿ ਜੇ ਟੀਵੀ ਚਲਾ ਗਿਆ ਤੇ ਘਰ ਵਿੱਚ ਇੰਟਰਨੈਟ ਆ ਗਿਆ। In mobiles, ਮੋਬਾਈਲ ਵਿੱਚ ਇੰਟਰਨੈਟ ਆ on ਗਿਆ, iPads, ਔਰ ਆਈਪੈਡ ਦੇ ਵਿੱਚ ਆ ਗਿਆ, small gadgets. ਔਰ ਛੋਟੇ ਛੋਟੇ ਇਹਨਾਂ ਗੈਜਟਸ ਵਿੱਚ ਆ ਗਿਆ। And little Pappu and Bittu will be playing with it. ਔਰ ਹੁਣ ਲਿਟਲ ਛੋਟੇ ਛੋਟੇ ਪੱਪੂ ਬਿੱਟੂ ਇਹਨੂੰ ਪਲੇ ਕਰ ਰਹੇ ਹਨ। Please, listen carefully. ਧਿਆਨ ਦੇ ਨਾਲ ਸੁਣੋ, We need to watch them. ਸਾਨੂੰ ਇਹ ਵੀ ਵੇਖਣਾ ਪਏਗਾ। We should have a life of holiness, yes. ਸਾਡੇ ਕੋਲ ਪਵਿੱਤਰ ਜੀਵਨ ਹੋਣਾ ਚਾਹੀਦਾ ਹੈ। But do you know something? ਪਰ ਤੁਸੀਂ ਜਾਣਦੇ ਹੋ, You can say, Pappu, don't do it. ਤੁਸੀਂ ਕਹਿ ਸਕਦੇ ਹੋ ਪੱਪੂ ਏਦਾਂ ਨਾ ਕਰ। Yes, Papa. ਹਾਂ ਪਾਪਾ। But then Papa turns back. ਜਦੋਂ ਪਾਪਾ ਏਦਾਂ ਮੂੰਹ ਘੁਮਾ ਲੈਂਦਾ, Pappu's back. ਪੱਪੂ ਫੇਰ ਉੱਥੇ ਹੀ ਹੈ। You know why? ਤੁਸੀਂ ਜਾਣਦੇ ਹੋ ਕਿਉਂ? Papa did not understand the basic fault. ਪਾਪਾ ਇਸ ਮੁੱਢਲੀ ਗਲਤੀ ਨੂੰ ਸਮਝ ਹੀ ਨਹੀਂ ਪਾ ਰਹੇ। It is not just correcting the son again and don't do it, don't do it, don't do it. It doesn't stop at that. ਇਹ ਸਿਰਫ ਬੱਚੇ ਨੂੰ ਸੁਧਾਰਨਾ ਹੀ ਨਹੀਂ ਹੈ, ਏਦਾਂ ਨਾ ਕਰ, ਏਦਾਂ ਨਾ ਕਰ, ਏਦਾਂ ਨਾ ਕਰ, ਏਦਾਂ ਨਹੀਂ ਕੰਮ ਚੱਲੇਗਾ। And yes, for some time we have to do it ਔਰ ਕਦੇ ਕਦੇ ਸਾਨੂੰ ਇਹ ਕਰਨਾ ਵੀ ਚਾਹੀਦਾ, because the child is small. ਕਿਉਂਕਿ ਬੱਚਾ ਛੋਟਾ ਹੈ। But as he's growing up, ਜਦੋਂ ਉਹ ਵੱਧ ਰਿਹਾ ਹੈ work with him. ਔਰ ਉਹਦੇ ਨਾਲ ਉਹਦੇ ਕੰਮ, The father should work with him ਉਹ ਪਿਤਾ ਨੂੰ ਉਹਦੇ ਨਾਲ ਕੰਮ ਕਰਨਾ ਚਾਹੀਦਾ ਹੈ। that he receive a new birth. ਪਿਤਾ ਨੂੰ ਐਸਾ ਉਹਦੇ ਨਾਲ ਕੰਮ ਕਰਨਾ ਚਾਹੀਦਾ ਕਿ ਉਹ ਨਵਾਂ ਜਨਮ ਪਾ ਲਵੇ। Because the day Pappu receives new birth, ਜਿਸ ਦਿਨ ਪੱਪੂ ਨੂੰ ਨਵਾਂ ਜਨਮ ਮਿਲਦਾ ਹੈ, now you don't have to say stop it. ਜਦੋਂ ਪੱਪੂ ਨੂੰ ਨਵਾਂ ਜਨਮ ਮਿਲ ਜਾਏ, ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਬੇਟੇ ਏਦਾਂ ਨਾ ਕਰ। Now Pappu will throw it away. ਹੁਣ ਪੱਪੂ ਖੁਦ ਸੁੱਟੇਗਾ, The Holy Ghost will be the teacher. ਕਿਉਂਕਿ ਪਵਿੱਤਰ ਆਤਮਾ ਸਿਖਾਵੇਗਾ। Are you listening? ਕੀ ਤੁਸੀਂ ਸੁਣ ਰਹੇ ਹੋ? But many people have not understood. ਪਰ ਬਹੁਤ ਸਾਰੇ ਲੋਕ ਇਹਨੂੰ ਸਮਝ ਨਹੀਂ ਪਾ ਰਹੇ, They cannot come to that level. ਔਰ ਲੋਕ ਉਸ ਸਥਰ ਤੇ ਨਹੀਂ ਆ ਰਹੇ। They could not understand. ਲੋਕ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ। It's not my power that changes, ਇਹ ਮੇਰੀ ਸ਼ਕਤੀ ਨਹੀਂ ਹੈ ਕਿ ਮੈਂ ਬਦਲਾਂ, but the Holy Ghost is the power of transformation. ਪਵਿੱਤਰ ਆਤਮਾ ਹੀ ਬਦਲ ਦੇਣ ਵਾਲੀ ਸ਼ਕਤੀ ਹੈ। Amen and amen. ਆਮੀਨ। Yet we correct children. ਫਿਰ ਵੀ ਸਾਨੂੰ ਬੱਚਿਆਂ ਨੂੰ ਸੁਧਾਰਨਾ ਚਾਹੀਦਾ ਹੈ। People who cannot uplift themselves in the message. ਔਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਵਚਨ ਵਿੱਚ ਉਠਾ ਨਹੀਂ ਪਾ ਰਹੇ They ਮੈਸੇਜ get ਵਿੱਚ, only tied to these things. ਪਰ ਉਹ ਲੋਕ ਸਿਰਫ ਇਹਨਾਂ ਹੀ ਚੀਜ਼ਾਂ ਦੇ ਵਿੱਚ ਬੱਧੇ ਹੋਏ ਹਨ। And the minute they come somewhere, ਔਰ ਜਿਸ ਦਿਨ ਉਹ ਇੱਕ ਸਥਾਨ ਤੇ ਆਉਂਦੇ ਹਨ, this painting in your room, ਔਰ ਉਹ ਕਹਿੰਦੇ ਹਨ ਇਹ ਕਮਰੇ ਵਿੱਚ ਜੋ ਪੇਂਟਿੰਗ ਹੈ that's wrong. ਇਹ ਬੜੀ ਗਲਤ ਹੈ। The color of that fan,
ਉਹ ਪੱਖੇ ਦਾ ਰੰਗ That's wrong. ਬੜਾ ਗਲਤ ਹੈ। They will give you a list. ਉਹ ਬੜਾ ਲੰਬਾ ਚੌੜਾ ਬਿਊਰਾ ਤੁਹਾਨੂੰ ਦੇਣਗੇ। Take this out, take that out, take this out, take that out. ਆ ਵੀ ਕੱਢ ਦਿਓ, ਆ ਵੀ ਕੱਢ ਦਿਓ, ਆ ਵੀ ਠੀਕ ਨਹੀਂ ਹੈ, ਉਹ ਵੀ ਠੀਕ ਨਹੀਂ Then ਹੈ। another one comes. ਇੱਕ ਹੋਰ ਆਉਂਦਾ ਹੈ। No, no, it was right. Bring that fan again. ਉਹਨੇ ਕਿਹਾ ਸੀ, ਉਹ ਦੂਸਰਾ ਆ ਕੇ ਕਹਿੰਦਾ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ, ਉਹ ਪੱਖਾ ਵਾਪਸ ਲੈ ਆਓ। You see, is that the message? ਤੁਸੀਂ ਵੇਖੋ ਕਿ ਇਹੋ ਹੀ ਸੰਦੇਸ਼ ਹੈ। This is because ਇਹ ਇਸ ਲਈ ਹੈ, people did not understand the commission. ਇਹ ਇਸ ਲਈ ਹੈ ਕਿਉਂਕਿ ਲੋਕਾਂ ਨੇ ਆਗਿਆ ਨੂੰ ਸਮਝਿਆ ਹੀ ਨਹੀਂ। When Jesus appeared, ਜਦੋਂ ਯੀਸ਼ੂ ਪ੍ਰਗਟ ਹੋਇਆ, and he appeared to his disciples, ਉਹ ਚੇਲਿਆਂ ਤੇ ਪ੍ਰਗਟ ਹੋਇਆ। they saw the risen Lord. ਉਹਨਾਂ ਨੇ ਮੁਰਦਿਆਂ ਚੋਂ ਜੀ ਉੱਠਿਆ ਪ੍ਰਭੂ ਵੇਖਿਆ। Now came the commission. ਹੁਣ ਆਗਿਆ ਆਉਂਦੀ ਹੈ। This commission is after the seal is opened. ਇਹ ਆਗਿਆ ਉਦੋਂ ਆਉਂਦੀ ਹੈ ਜਦੋਂ ਮੋਹਰਾਂ ਖੁੱਲ ਜਾਂਦੀਆਂ ਹਨ। This is a new commission. ਇਹ ਨਵੀਂ ਆਗਿਆ ਹੈ। Go into all the world. ਸੰਸਾਰ ਵਿੱਚ ਜਾਓ, Preach the gospel. ਖੁਸ਼ਖਬਰੀ ਦਾ ਪ੍ਰਚਾਰ ਕਰੋ। Not just teach, ਸਿਰਫ ਸਿਖਾਓ ਹੀ ਨਹੀਂ, but preach. ਪਰ ਪ੍ਰਚਾਰ ਕਰੋ Demonstrate the power. ਔਰ ਸ਼ਕਤੀ ਨੂੰ ਵੀ ਪ੍ਰਗਟ ਕਰੋ। And these signs shall follow them that believe. ਔਰ ਨੇਚਾਵਾਨਾਂ ਨਾਲ ਨਿਸ਼ਾਨ ਹੋਣਗੇ। What about today? ਅੱਜ ਦੇ ਬਾਰੇ ਕੀ ਖਿਆਲ ਹੈ? Let me say something and read to you. ਔਰ ਮੈਂ ਕੁਝ ਪੜ੍ਹਨਾ ਚਾਹੁੰਦਾ ਹਾਂ ਤੁਹਾਡੇ ਸਾਹਮਣੇ। And may God give me grace to show these things to you. ਖੁਦਾ ਮੈਨੂੰ ਕਿਰਪਾ ਦੇਵੇ ਕਿ ਮੈਂ ਇਹ ਚੀਜ਼ਾਂ ਤੁਹਾਨੂੰ ਵਿਖਾ ਸਕਾਂ। Brother Branham said, ਇਬਰਾਹਿਮ ਨੇ ਕਿਹਾ, today the work of evangelism sometimes is distributing tracts. ਔਰ ਅੱਜ ਜੋ ਪ੍ਰਚਾਰਕ ਦਾ ਕੰਮ ਹੈ, ਪ੍ਰਚਾਰ ਕਰਨ ਦਾ ਕੰਮ ਹੈ, ਇਹ ਸਿਰਫ ਟਰੈਕ ਭਾਵ ਲਾਈਨਾਂ ਬਦਲਣਾ ਹੀ ਹੈ। And Brother Branham said, ਇਬਰਾਹਿਮ ਨੇ ਕਿਹਾ, the right kind of preaching is not just giving tracts. ਔਰ ਜੋ ਅਸਲੀ ਪ੍ਰਚਾਰ ਕਰਨ ਦਾ ਕੰਮ ਹੈ ਉਹ ਸਿਰਫ ਟਰੈਕ ਵੰਡਣਾ, ਛੋਟੇ ਛੋਟੇ ਪਰਚੇ ਵੰਡਣਾ ਨਹੀਂ ਹੈ। He said, it is not a tract. ਇਹ ਸਿਰਫ ਪਰਚੇ ਵੰਡਣਾ ਨਹੀਂ ਹੈ। Only way you can do that is not by a tract. ਜਿਸ ਇੱਕੋ ਹੀ ਤਰੀਕਾ ਹੈ ਜਿਸ ਨਾਲ ਤੁਸੀਂ ਕੰਮ ਕਰ ਸਕਦੇ ਹੋ, ਪਰ ਇਹ ਟਰੈਕ ਭਾਵ ਪਰਚੇ ਵੰਡਣਾ ਨਹੀਂ ਹੈ। But it is the Holy Spirit working through you. ਪਰ ਇਹ ਪਰਚਿਆਂ ਨਾਲ ਨਹੀਂ ਹੁੰਦਾ, ਇਹ ਪਵਿੱਤਰ ਆਤਮਾ ਨਾਲ ਹੁੰਦਾ ਹੈ। He said the heathens believe. Heathens believe, Murti Pujak, ਮੂਰਤੀ ਪੂਜਕ ਵੀ ਵਿਸ਼ਵਾਸ ਕਰਦੇ ਹਨ that there is a life in the dead idol. ਔਰ ਡੈਡ ਆਈਡਲ, ਮਰੀ ਹੋਈ ਮੂਰਤੀ ਦੇ ਵਿੱਚ ਵੀ ਜੀਵਨ ਹੈ। When you know there is no life there. ਜਦ ਕਿ ਉਥੇ ਮਰੀ ਹੋਈ ਮੂਰਤੀ ਵਿੱਚ ਕੋਈ ਜ਼ਿੰਦਗੀ ਨਹੀਂ ਹੈ। Brother Branham said, ਭਾਈ ਇਬਰਾਹਿਮ ਨੇ ਕਿਹਾ, God's original plan was not a dead idol, ਖੁਦਾ ਦਾ ਜੋ ਅਸਲੀ ਮਕਸਦ ਸੀ ਉਹ ਮਰੀ ਹੋਈ ਮੂਰਤੀ ਨਹੀਂ ਸੀ, but a living God in a living person. ਪਰ ਜਿਉਂਦਾ ਖੁਦਾ ਜਿਉਂਦੇ ਲੋਕਾਂ ਦੇ ਵਿੱਚ। You are the person. ਤੁਸੀਂ ਹੀ ਉਹ ਵਿਅਕਤੀ ਹੋ। When you bow before God, ਜਦੋਂ ਤੁਸੀਂ ਖੁਦਾ ਅੱਗੇ ਝੁਕਦੇ ਹੋ, God comes in you. ਖੁਦਾ ਤੁਹਾਡੇ ਵਿੱਚ ਆਉਂਦਾ ਹੈ। And you become God in flesh. ਤੁਸੀਂ ਦੇਹਧਾਰੀ ਖੁਦਾ ਬਣਦੇ ਹੋ। Now when you speak, ਜਦੋਂ ਹੁਣ ਤੁਸੀਂ ਬੋਲੋ, that is evangelism. ਇਹ ਪ੍ਰਚਾਰਕ ਹੋਣਾ ਹੈ। This is preaching. ਇਹ ਪ੍ਰਚਾਰ ਕਰਨਾ ਹੈ। A living God in a living person. ਜਿਉਂਦਾ ਖੁਦਾ ਜਿਉਂਦੇ ਲੋਕਾਂ ਦੇ ਵਿੱਚ। Oh my hallelujah. ਹੋ ਮੇਰੇ ਪ੍ਰਭੂ। Let me read something to you. ਮੈਂ ਤੁਹਾਡੇ ਲਈ ਕੁਝ ਪੜ੍ਹਨਾ ਚਾਹੁੰਦਾ ਹਾਂ। This is the Great Commission. ਇਹ ਮਹਾਨ ਆਗਿਆ ਹੈ। And listen what Brother Branham said in 1965. ਦੇਖੋ ਤੁਸੀਂ ਉਹਨੇ 1965 ਦੇ ਵਿੱਚ ਕੀ ਕਿਹਾ। In Invisible Union. ਔਰ ਅਦ੍ਰਿਸ਼ ਮਿਲਾਪ ਦੇ ਵਿੱਚ। Brother Branham said, now we know ਔਰ ਅਸੀਂ ਹੁਣ ਜਾਣਦੇ ਹਾਂ, ਭਾਈ ਇਬਰਾਹਿਮ ਨੇ ਕਿਹਾ, that this modern church, ਅੱਜ ਦਾ ਜੋ ਮਾਡਰਨ ਚਰਚ ਹੈ, the Pentecostal church, ਪੈਂਟੀਕੋਸਟਲ ਚਰਚ, by no means ਬਿਨਾਂ ਕਿਸੇ ਮਤਲਬ ਦੇ, by no means can carry out the last day message in its present condition. ਔਰ ਬਿਨਾਂ ਕਿਸੇ ਮਤਲਬ ਦੇ ਉਹ ਆਖਰੀ ਦਿਨਾਂ ਦਾ ਸੰਦੇਸ਼ ਲੈ ਕੇ ਜਾਣਗੇ ਅੱਗੇ। Cannot do it. ਪਰ ਉਹ ਕਰਨਗੇ ਨਹੀਂ, ਇਹਦੇ ਨਾਲ ਕਰ ਨਹੀਂ ਸਕਦੇ। He's saying the church is not in condition to finish this great commission. ਚਰਚ ਇਸ ਸਥਿਤੀ ਵਿੱਚ ਨਹੀਂ ਹੈ ਕਿ ਉਹ ਮਹਾਨ ਅਤੇ ਆਖਰੀ ਆਗਿਆ ਪੂਰੀ ਕਰੇ। Mark 16, ਮਰਕਸ 16 in the true sense,
असली समझ दे नाल cannot be completed by the modern church. जो मरकुस 16 है ओदा असली मतलब आज दी कलीसिया पूरा नहीं कर सकदी. All these churches which are around, he said. आल दुआले जो चर्च ਹਨ ਉਹਨਾਂ ਦੇ ਬਾਰੇ ਉਹਨੇ ਕਿਹਾ. Brother Branham said, ਭਾਈ ਬ੍ਰਾਨਮ ਨੇ ਕਿਹਾ they cannot do it. ਉਹ ਨਹੀਂ ਕਰ ਸਕਦੀ. We know they are dead. ਅਸੀਂ ਜਾਣਦੇ ਹਾਂ ਉਹ ਮਰੇ ਹੋਏ ਹਨ. God let them die ਖੁਦਾ ਨੇ ਉਹਨਾਂ ਨੂੰ ਮਰਨ ਦਿੱਤਾ so that he could do what? ਤਾਂ ਕਿ ਖੁਦਾ ਕੁਝ ਕਰ ਸਕੇ. Open up the seven sealed mystery to the undenominational bride. ਤਾਂ ਕਿ ਖੁਦਾ ਜੋ ਨਾਮਧਾਰੀ ਕਲੀਸਿਆ ਨਹੀਂ ਦੁਲਹਨ ਨਹੀਂ ਹੈ ਉਹਦੇ ਉੱਤੇ ਮੋਰ ਨੂੰ ਖੋਲ ਸਕੇ. No, no, brother. No, no, it's not like that. Okay. It is, he left those denominations, ਉਹਨੇ ਉਹਨਾਂ ਡਿਨੋਮੀਨੇਸ਼ਨਾਂ ਨੂੰ ਮਿਸ਼ਨਾਂ ਨੂੰ ਛੱਡ ਦਿੱਤਾ. let them die, ਉਹਨਾਂ ਨੂੰ ਮਰਨ ਦਿੱਤਾ. and now turned to the bride ਹੁਣ ਉਹ ਦੁਲਹਨ ਵੱਲ ਆਇਆ and opened the seven sealed mystery to the undenominational bride. ਔਰ ਉਹਨੇ ਸਤਵੀਂ ਮੋਹਰ ਦਾ ਭੇਤ ਇਸ ਮਿਸ਼ਨ ਰਹਿਤ ਡਿਨੋਮੀਨੇਸ਼ਨਲ ਰਹਿਤ ਦੁਲਹਨ ਉੱਤੇ ਖੋਲ ਦਿੱਤਾ. Why? ਕਿਉਂ? When the seals are open ਜਦੋਂ ਮੋਹਰ ਖੁੱਲਦੀ ਹੈ and the bride receives the book, ਔਰ ਦੁਲਹਨ ਨੂੰ ਉਹ ਕਿਤਾਬ ਮਿਲ ਜਾਂਦੀ ਹੈ. it is this bride ਇਹ ਦੁਲਹਨ ਹੈ who will finish the commission. ਜੋ ਇਸ ਆਗਿਆ ਨੂੰ ਪੂਰਾ ਕਰੇਗੀ. Later he said, ਬਾਅਦ ਵਿੱਚ ਉਹਨੇ ਕਿਹਾ it's a elect people. ਇਹ ਸਿਰਫ ਚੁਣੇ ਹੋਏ ਲੋਕ ਹਨ. Can I see them today morning? ਕੀ ਅੱਜ ਸਵੇਰ ਮੈਂ ਚੁਣੇ ਹੋਏ ਲੋਕ ਵੇਖ ਸਕਦਾ ਹਾਂ? Elected, ਚੁਣੇ ਹੋਏ, called, ਬੁਲਾਏ ਹੋਏ, predestinated, ਠਹਿਰਾਏ ਹੋਏ according to a purpose. ਉਹਦੇ ਮਕਸਦ ਦੇ ਅਨੁਸਾਰ. Hallelujah. ਹਾਲੇਲੂਇਆ. To finish the commission. ਉਸ ਆਗਿਆ ਨੂੰ ਪੂਰਾ ਕਰਨ ਦੇ ਲਈ. Now you will say, what is your commission? ਹੁਣ ਤੁਸੀਂ ਕਹੋ ਕਿ ਮੇਰੀ ਆਗਿਆ ਕੀ ਹੈ? There were many things I had to read, but to cut short time, I will only read some portions. ਬਹੁਤ ਸਾਰੀਆਂ ਚੀਜ਼ਾਂ ਪੜਨ ਦੇ ਲਈ ਹਨ ਪਰ ਮੈਂ ਟਾਈਮ ਨੂੰ ਮੱਦੇ ਨਜ਼ਰ ਰੱਖਦਿਆਂ ਅੱਗੇ ਜਾਵਾਂਗਾ. I'd like you to turn with me to the book of Revelations ਆਓ ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਵਿੱਚ ਚੱਲੋ and see chapter 1. ਔਰ ਪਹਿਲਾ ਅਧਿਆਇ ਦੇਖੋ. This is John on the Isle of Patmos. ਔਰ ਇਹ ਯੋਹੰਨਾ ਹੈ ਜੋ ਪੈਤਮਸ ਨਾਮ ਟਾਪੂ ਦੇ ਉੱਤੇ ਹੈ. Amen. ਆਮੀਨ. When he received the vision, ਜਦੋਂ ਉਹਨੂੰ ਇਹ ਦਰਸ਼ਨ ਮਿਲਿਆ Jesus appeared before John ਯੀਸ਼ੂ ਯੋਹੰਨਾ ਉੱਤੇ ਪ੍ਰਗਟ ਹੋਇਆ and see his address. ਔਰ ਉਸ ਨੂੰ ਉਹਦਾ ਐਡਰੈਸ ਦੱਸਿਆ. I am he that liveth. ਔਰ ਉਹਨੇ ਆਪਣੇ ਬਾਰੇ ਦੱਸਿਆ ਮੈਂ ਉਹ ਹਾਂ ਜੋ ਜਿਉਂਦਾ ਹਾਂ. I was dead, ਉਹਨੇ ਕਿਹਾ ਮੈਂ ਮਰ ਗਿਆ ਸੀ but I am alive forevermore. ਪਰ ਉਹਨੇ ਕਿਹਾ ਹੁਣ ਮੈਂ ਜੁਗੋ ਜੁਗ ਜਿਉਂਦਾ ਹਾਂ. This is the resurrected Lord. ਇਹ ਮੁਰਦਿਆਂ ਚੋਂ ਜੀ ਉਠਿਆ ਪ੍ਰਭੂ ਹੈ. And now I'll request my brother to read verse 19 and 20. ਔਰ ਹੁਣ ਮੈਂ ਭਾਈ ਅੱਗੇ ਬੇਨਤੀ ਕਰਦਾ ਹਾਂ ਕਿ ਉਹ 19 ਅਤੇ 20 ਆਇਤ ਨੂੰ ਪੜ੍ਹੇ. Only the 19th verse. ਉਹ ਸਿਰਫ 19 ਆਇਤ ਨੂੰ ਪੜੋ. ਇਸ ਲਈ ਜੋ ਕੁਛ ਤੂੰ ਵੇਖਿਆ ਜੋ ਕੁਛ ਅਤੇ ਜੋ ਕੁਛ ਇਹਦੇ ਮਗਰੋਂ ਹੋਣ ਵਾਲਾ ਹੈ ਸੋ ਤੂੰ ਲਿਖ ਛੱਡ. He is given a commission. ਉਸ ਨੂੰ ਆਗਿਆ ਦਿੱਤੀ ਗਈ. Read verse 11. ਹੁਣ 11ਵੀਂ ਆਇਤ ਪੜੋ. ਭਈ ਜੋ ਕੁਛ ਤੂੰ ਵੇਖਦਾ ਹੈ ਸੋ ਇੱਕ ਪੋਥੀ ਵਿੱਚ ਲਿਖ ਲੈ. Sorry, it's even not there in Punjabi. ਇਹ ਪੰਜਾਬੀ ਵਿੱਚ ਵੀ ਨਹੀਂ ਹੈ Because in Hindi also it is not there. ਕਿਉਂਕਿ ਹਿੰਦੀ ਵਿੱਚ ਵੀ ਇਦਾਂ ਨਹੀਂ ਹੈ. In English it says, ਪਰ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਹੈ saying, कहता हुआ, ਕਹਿੰਦਾ ਹੋਇਆ I am Alpha and Omega, ਮੈਂ ਅਲਫਾ ਅਤੇ ਓਮੇਗਾ ਹਾਂ. the first and the last. ਆਦ ਅਤੇ ਅੰਤ. And what thou seest, ਜੋ ਕੁਝ ਤੂੰ ਵੇਖਦਾ ਹੈ write in a book ਇੱਕ ਕਿਤਾਬ ਵਿੱਚ ਲਿਖ and send it to the 7 churches. ਔਰ 7 ਕਲੀਸਿਆਵਾਂ ਨੂੰ ਘੱਲ ਦੇ. And then in verse 19, ਔਰ 19 ਆਇਤ ਦੇ ਵਿੱਚ write the things which you have seen. ਜੋ ਕੁਝ ਤੂੰ ਵੇਖਦਾ ਹੈ ਲਿਖ ਲੈ. Are you with me till now? ਕੀ ਹੁਣ ਤੱਕ ਤੁਸੀਂ ਮੇਰੇ ਨਾਲ ਹੋ? John, ਯੋਹੰਨਾ. who is this John? ਇਹ ਯੋਹੰਨਾ ਕੌਣ ਹੈ? I want to hear the voice from everyone. ਮੈਂ ਹਰ ਇੱਕ ਤੋਂ ਆਵਾਜ਼ ਸੁਣਨੀ ਚਾਹੁੰਦਾ ਹਾਂ. Who is this John? ਇਹ ਯੋਹੰਨਾ ਕੌਣ ਹੈ? No problem, brother. Amen.
We know who this John is. ਅਸੀਂ ਜਾਣਦੇ ਹਾਂ ਇਹ ਯੋਹੰਨਾ ਕੌਣ ਹੈ। This John is the bride ਇਹ ਯੋਹੰਨਾ ਦੁਲਹਨ ਹੈ in the Lord's day. ਪ੍ਰਭੂ ਦੇ ਦਿਨ ਵਿੱਚ। And in the Lord's day, ਪ੍ਰਭੂ ਦੇ ਦਿਨ ਵਿੱਚ when John came, ਜਦੋਂ ਯੋਹੰਨਾ ਆਉਂਦਾ ਹੈ John is commissioned. ਯੋਹੰਨਾ ਨੂੰ ਆਗਿਆ ਦਿੱਤੀ ਜਾ ਰਹੀ ਹੈ। This bride is commissioned. ਇਸ ਦੁਲਹਨ ਨੂੰ ਆਗਿਆ ਦਿੱਤੀ ਗਈ ਹੈ। What is the commission? ਆਗਿਆ ਕੀ ਹੈ? What you see, ਜੋ ਕੁਝ ਤੂੰ ਵੇਖਦਾ ਹੈ write it in a book ਇੱਕ ਕਿਤਾਬ ਵਿੱਚ ਲਿਖ ਲੈ and send it to 7 churches. ਔਰ 7 ਕਲੀਸਿਆਵਾਂ ਨੂੰ ਕੱਲ ਦੇ। Are you listening? ਕੀ ਤੁਸੀਂ ਸੁਣ ਰਹੇ ਹੋ? John is receiving a commission. ਯੋਹੰਨਾ ਨੂੰ ਆਗਿਆ ਮਿਲ ਰਹੀ ਹੈ And the commission was, ਔਰ ਕਮਿਸ਼ਨ ਇਹ ਆਗਿਆ ਇਹ ਸੀ write what you see. ਜੋ ਕੁਝ ਤੂੰ ਵੇਖਦਾ ਹੈ ਲਿਖ ਲੈ। So he picked up his pen and started writing. ਔਰ ਉਹਨੇ ਕਲਮ ਉਠਾਈ ਅਤੇ ਲਿਖਣ ਲੱਗਾ। He started writing the letters. ਉਹਨੇ ਪੱਤਰ ਨੂੰ ਲਿਖਣਾ ਸ਼ੁਰੂ ਕੀਤਾ। He started writing the book of Revelation. ਉਹਨੇ ਪ੍ਰਕਾਸ਼ ਦੀ ਪੋਥੀ ਨੂੰ ਲਿਖਣਾ ਸ਼ੁਰੂ ਕੀਤਾ। But ਪਰ now turn with me to Revelations 10. ਆਓ ਅਸੀਂ ਪ੍ਰਕਾਸ਼ਿਤ 10 ਵਿੱਚ ਜਾਵਾਂਗੇ। And I request my brother to read from verse 1. ਔਰ ਮੈਂ ਭਾਈ ਅੱਗੇ ਬੇਨਤੀ ਕਰਦਾ ਕਿ ਪਹਿਲੀ ਆਇਤ ਤੋਂ ਪੜ੍ਹੇ। ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪੈਣੀ ਆਕਾਸ਼ੋਂ ਉਤਰਦੇ ਵੇਖਿਆ ਅਤੇ ਉਸ ਦੇ ਸਿਰ ਉੱਤੇ ਮੇਘ ਤੁਣਕ ਸੀ ਅਤੇ ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅਗਾਂ ਦੇ ਥੰਮਾਂ ਵਰਗੇ ਸਨ ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ। ਜਾਂ ਉਸਨੇ ਪੁਕਾਰਿਆ ਤਾਂ 7 ਬੱਦਲ ਦੀਆਂ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। Now just a minute, brother. ਔਰ ਭਾਈ ਜੀ ਰੁਕੋ। You know when this happened. ਤੁਸੀਂ ਜਾਣਦੇ ਹੋ ਜਦੋਂ ਇਹ ਹੋਇਆ। You know when did it happen? ਤੁਹਾਨੂੰ ਪਤਾ ਹੈ ਕਦੋਂ ਹੋਇਆ? Revelations 10. ਪ੍ਰਕਾਸ਼ਿਤ 10 The coming of the mighty angel ਮਹਾਬਲੀ ਦੂਤ ਦੀ ਆਮਦ with an open book ਇੱਕ ਖੁੱਲੀ ਹੋਈ ਕਿਤਾਬ ਦੇ ਨਾਲ and 7 thunders uttering their voices. ਔਰ 7 ਗਰਜਾਂ ਆਪਣੀਆਂ ਆਵਾਜ਼ਾਂ ਦੇ ਰਹੀਆਂ ਹਨ। This happened in our age. ਔਰ ਇਹ ਸਾਡੇ ਯੁੱਗ ਵਿੱਚ ਹੋਇਆ। This happened in 1963. ਇਹ 1963 ਵਿੱਚ ਹੋਇਆ। Can you say amen? ਕੀ ਤੁਸੀਂ ਆਮੀਨ ਕਹਿ ਸਕਦੇ Who ਹੋ? was that mighty angel? ਔਰ ਉੱਥੇ ਮਹਾਬਲੀ ਦੂਤ ਹੈ That is Jesus Christ, ਔਰ ਉਹ ਯਿਸੂ ਮਸੀਹ ਹੈ। wearing the white cloud. ਉਹਨੇ ਬੱਦਲ ਪਹਿਨਿਆ ਹੋਇਆ ਸੀ। He came with an open book. ਉਹ ਖੁੱਲੀ ਹੋਈ ਕਿਤਾਬ ਦੇ ਨਾਲ ਆਇਆ। Now listen. ਹੁਣ ਸੁਣੋ। When the 7 thunders had uttered their voices. ਜਦੋਂ ਇਹਨਾਂ 7 ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। Read verse 4. ਚੌਥੀ ਆਇਤ ਪੜੋ। ਅਤੇ ਜਾਂ ਉਹ 7 ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ ਭਈ ਜਿਹੜੀਆਂ ਗੱਲਾਂ ਉਹਨਾਂ 7 ਗਰਜਾਂ ਨੇ ਸੁਣਾਈਆਂ ਉਹਨਾਂ ਉੱਤੇ ਮੋਹਰ ਲਾ। I am going to read the comments of Brother Branham. ਔਰ ਹੁਣ ਮੈਂ ਇਸ ਉੱਤੇ ਭਾਈ ਬ੍ਰਾਨਮ ਨੇ ਜੋ ਟਿੱਪਣੀ ਕੀਤੀ ਉਹ ਤੁਹਾਨੂੰ ਪੜ੍ਹਨਾ ਚਾਹੁੰਦਾ ਹਾਂ। In the message of the breach. ਔਰ ਇਸ ਦਰਾੜ ਵਾਲੇ ਸੰਦੇਸ਼ ਵਿੱਚ See what he said. ਔਰ ਦੇਖੋ ਭਾਈ ਬ੍ਰਾਨਮ ਨੇ ਕੀ ਕਿਹਾ। When the 7 thunders uttered their voices. ਜਦੋਂ ਇਹਨਾਂ 7 ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। Now John was commissioned to write what he saw. ਹੁਣ ਯੋਹੰਨਾ ਨੂੰ ਇਹ ਸੇਵਕਾਈ ਦਿੱਤੀ ਗਈ ਜੋ ਕੁਝ ਤੂੰ ਲਿਖਦਾ ਹੈ ਉਹਨੂੰ ਇੱਕ ਕਿਤਾਬ ਵਿੱਚ ਲਿਖ। Because John knew his commission. ਔਰ ਕਿਉਂਕਿ ਯੋਹੰਨਾ ਆਪਣੀ ਸੇਵਕਾਈ ਨੂੰ ਜਾਣਦਾ ਹੈ। So he picked up his pen ਇਸ ਕਰਕੇ ਉਹਨੇ ਕਲਮ ਲਈ and started writing ਔਰ ਲਿਖਣਾ ਸ਼ੁਰੂ ਕਰ ਦਿੱਤਾ what the 7 thunders said. ਜੋ 7 ਗਰਜਾਂ ਨੇ ਬੋਲਿਆ। So he was operating his commission actually. ਔਰ ਅਸਲ ਵਿੱਚ ਉਹ ਆਪਣੀ ਸੇਵਕਾਈ ਦੇ ਵਿੱਚ ਚੱਲ ਰਿਹਾ ਸੀ। But when he started writing, ਪਰ ਜਦੋਂ ਉਹਨੇ ਲਿਖਣਾ ਸ਼ੁਰੂ ਕੀਤਾ a voice came ਇੱਕ ਆਵਾਜ਼ ਆਈ from heaven ਸਵਰਗ ਤੋਂ and said, ਔਰ ਕਿਆ seal up those things which the 7 thunders uttered ਜੋ ਕੁਝ 7 ਮੋਹਰ ਗਰਜਾਂ ਨੇ ਕਿਹਾ ਉਹਨਾਂ ਉੱਤੇ ਮੋਹਰ ਲਾ ਦੇ and write them not. ਔਰ ਇਹਨਾਂ ਨੂੰ ਨਾ ਲਿਖ। John had picked up his pen.
यूहन्ना ने अजे पेन नहीं उठाया to do the writing work कि ताकि वो लिखण वाला काम कर सके, because he was operating the commission of chapter 1. क्योंकि उसनु पहले अध्याय विच ਇਹੋ ਹੀ आज्ञा मिली सी। And he started picking up the pen and writing it. ਉਹਨੇ जल्दी जल्दी कलम उठाई ते लिखना शुरू किया, But the voice said, पर आवाज ने कहा stop, रुक जा, don't write this. ना लिख। In other words, दूसरे शब्दों विच this is the chapter ਇਹ ਉਹ ਅਧਿਆਇ ਹੈ where John's commission was changed. ਇਹ ਉਹ ਅਧਿਆਇ ਹੈ ਜਿਹਦੇ ਵਿੱਚ ਯੋਹੰਨਾ ਦੀ ਸੇਵਕਾਈ ਬਦਲ ਗਈ। And I'll tell you something. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, When the seven thunders uttered their voices, ਜਦੋਂ ਸੱਤਾਂ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ, the voice said, stop, ਆਵਾਜ਼ ਨੇ ਕਿਹਾ ਰੁਕ ਜਾ, don't write this. ਨਾ ਇਹਨੂੰ ਲਿਖ। And now I'll request my brother to read from verse 8. ਔਰ ਹੁਣ ਮੈਂ ਭਾਈ ਨੂੰ ਕਹਾਂਗਾ ਕਿ ਉਹ 8ਵੀਂ ਆਇਤ ਤੋਂ ਪੜ੍ਹੇ। ਅਤੇ ਜਿਹੜੀ ਆਵਾਜ਼ ਮੈਂ ਆਕਾਸ਼ੋਂ ਸੁਣੀ ਸੀ, ਮੈਂ ਉਹਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ ਭਈ ਜਾ ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲੀ ਪਈ ਹੈ, ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ। ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ ਉਹ ਛੋਟੀ ਪੋਥੀ ਮੈਨੂੰ ਦੇ, ਅਤੇ ਉਹਨੇ ਮੈਨੂੰ ਆਖਿਆ ਲੈ ਲੈ ਅਤੇ ਇਹਨੂੰ ਖਾ ਜਾ, ਇਹ ਤੇਰੇ ਢਿੱਡ ਨੂੰ This ਤਾਂ time, don't write a book, ਉਹਨੇ ਕਿਹਾ ਹੁਣ ਕਿਤਾਬ ਨਾ ਲਿਖ, eat a book. ਹੁਣ ਕਿਤਾਬ ਖਾ ਜਾ। You were writing a book. ਤੂੰ ਤੇ ਕਿਤਾਬ ਲਿਖ ਰਿਹਾ ਹੈ, I am bringing a book from heaven. ਮੈਂ ਇਹ ਕਿਤਾਬ ਸਵਰਗ ਤੋਂ ਲਿਆਉਂਦਾ ਹਾਂ, Eat this book. ਔਰ ਇਹ ਕਿਤਾਬ ਖਾ ਲੈ। Listen, Father. ਅੱਗੇ ਸੁਣੋ, Yes, brother. ਪੜੋ। ਇਹ ਤੇਰੇ ਪੇਟ ਨੂੰ ਤਾਂ ਕੋੜਿਆ ਕਰ ਦੇਵੇਗੀ, ਪਰ ਜੇ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ Amen. ਮੈਨ Read, Father. ਅੱਗੇ ਪੜੋ। ਤਾਂ ਮੈਂ ਉਹਨੂੰ ਛੋਟੀ ਪੋਥੀ ਦੂਧ ਦੇ ਹੱਥੋਂ ਲੈ ਲਈ ਅਤੇ ਉਹਨੂੰ ਖਾਧਾ ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ, ਅਤੇ ਜਾਂ ਮੈਂ ਉਹਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ। ਅਤੇ ਉਹਨਾਂ ਮੈਨੂੰ ਆਖਿਆ ਤੈਨੂੰ ਬਹੁਤਿਆਂ ਲੋਕਾਂ, ਕੌਮਾਂ ਅਤੇ ਭਾਖਿਆ ਅਤੇ ਰਾਜਿਆਂ ਉੱਤੇ ਫੇਰ ਅਗਾਂਹ ਵਾਕ ਕਰਨਾ ਪਵੇਗਾ। This is another commission. ਇਹ ਹੁਣ ਨਵੀਂ ਆਗਿਆ ਹੈ। This is not Revelation 1. ਇਹ ਪ੍ਰਕਾਸ਼ ਦੀ ਪੋਥੀ ਪਹਿਲੇ ਅਧਿਆਇ ਵਾਲੀ ਆਗਿਆ ਨਹੀਂ ਹੈ, This is Revelation 10. ਇਹ 10ਵੇਂ ਅਧਿਆਇ ਵਾਲੀ ਆਗਿਆ ਹੈ। The first commission was write. ਪਹਿਲੀ ਆਗਿਆ ਲਿਖਣਾ ਸੀ, The second commission was speak. ਪਰ ਦੂਸਰੀ ਆਗਿਆ ਬੋਲਣਾ ਹੈ। Listen, brother. ਸੁਣੋ ਭਾਈਓ, This is the message. ਇਹ ਸੰਦੇਸ਼ ਹੈ। In chapter 10, 10ਵੇਂ ਅਧਿਆਇ ਵਿੱਚ when seven thunders uttered their voices, ਜਦੋਂ ਸੱਤਾਂ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ, John is given a new commission. ਯੋਹੰਨਾ ਨੂੰ ਨਵੀਂ ਆਗਿਆ ਦਿੱਤੀ ਗਈ, Stop writing. ਲਿਖਣਾ ਬੰਦ ਕਰ, Start speaking. ਬੋਲਣਾ ਸ਼ੁਰੂ ਕਰ ਦੇ, Eat the book. ਕਿਤਾਬ ਖਾ ਲੈ। This is your commission, John. ਇਹ ਯੋਹੰਨਾ ਤੇਰੀ ਆਗਿਆ ਹੈ। Listen, brother. ਭਾਈਓ ਸੁਣੋ, The operation of the third pole, ਤੀਸਰੇ ਖਿਚਾਵ ਦਾ ਕੰਮ the operation of the third pole in this day ਔਰ ਤੀਸਰੇ ਖਿਚਾਵ ਦਾ ਇਸ ਯੁੱਗ ਵਿੱਚ ਜੋ ਕੰਮ ਹੈ, is based on the bride's commission. ਇਹ ਦੁਲਹਨ ਦੀ ਆਗਿਆ ਦੇ ਉੱਤੇ ਆਧਾਰਿਤ ਹੈ। I don't know if you know this. ਔਰ ਮੈਨੂੰ ਨਹੀਂ ਪਤਾ ਤੁਸੀਂ ਜਾਣਦੇ ਹੋ ਕਿ ਨਹੀਂ, Understanding your commission is a very powerful thing. ਆਪਣੀ ਆਗਿਆ ਨੂੰ, ਆਪਣੀ ਸੇਵਾ ਨੂੰ ਸਮਝ ਲੈਣਾ ਬਹੁਤ ਹੀ ਸ਼ਕਤੀਸ਼ਾਲੀ ਪੁਆਇੰਟ ਹੈ। It is the commission ਇਹ ਆਗਿਆ ਹੈ which brings the power. ਜੋ ਸ਼ਕਤੀ ਲੈ ਕੇ ਆਉਂਦਾ ਹੈ। Brother Branham said ਭਾਈ ਬ੍ਰਾਨਮ ਨੇ ਕਿਹਾ, in the message, why Christ speak? ਔਰ ਉਹ ਸੰਦੇਸ਼ ਵਿੱਚ ਦੁਹਾਈ ਕਿਉਂ ਦਿੰਦਾ ਹੈ, ਬੋਲ। He said when Moses came to the Red Sea, ਉਹਨੇ ਕਿਹਾ ਮੂਸਾ ਲਾਲ ਸਾਗਰ ਦੇ ਕੰਢੇ ਤੇ ਆਇਆ, he said when he saw the problem, ਉਹਨੇ ਜਦੋਂ ਸਮੱਸਿਆ ਨੂੰ ਵੇਖਿਆ, he forgot his commission. ਉਹ ਆਪਣੀ ਸੇਵਕਾਈ ਭੁੱਲ ਗਿਆ। He said when God said, why cry, Moses? ਇਸੇ ਕਰਕੇ ਖੁਦਾ ਖੜਾ ਹੋਇਆ, ਉਹਨੇ ਆਖਿਆ ਮੂਸਾ ਦੁਹਾਈ ਕਿਉਂ ਦਿੰਦਾ ਹੈ। God was telling Moses, ਖੁਦਾ ਮੂਸਾ ਨੂੰ ਕਹਿ ਰਿਹਾ ਸੀ, have you forgot your commission? ਕੀ ਤੂੰ ਆਪਣੀ ਸੇਵਕਾਈ ਭੁੱਲ ਗਿਆ ਹੈ? Do you not remember? ਕੀ ਤੈਨੂੰ ਯਾਦ ਨਹੀਂ ਹੈ? You have been commissioned to take these people out. ਤੈਨੂੰ ਪਤਾ ਨਹੀਂ ਤੇਰੀ ਸੇਵਕਾਈ ਇਹਨਾਂ ਲੋਕਾਂ ਨੂੰ ਬਾਹਰ ਲੈ ਜਾਣਾ ਸੀ। Just act on your commission. ਸਿਰਫ
अपनी सेवकाई के मुताबिक काम कर and speak the word. और वचन बोल Amen. आमीन And he spoke, और वो बोलिया and the Red Sea was parted. और लाल सागर फट गया Brother Branham said, भाई ब्रैनम ने क्या Joshua knew योशुआ जानदा सी what his commission was, ओदी सेवकाई की है to kill the enemy ओनु सेवकाई सी कि दुश्मन नु मारे and divide the land as an inheritance. और वो मिरास दे विच देश नु वंडे And because he knew his commission. और वो अपनी सेवकाई नु जानदा सी And now it was evening time. और मैं जानदा है शामा दा वेला सी The sun was going down. और सूरज हेठा नु उतर रहा सी Joshua needed more time और योशुआ नु वध समा चाहिदा सी to kill all the enemy. ताकि अपने दुश्मन नु मार सके Joshua remembered his commission. योशुआ नु अपनी सेवा याद आई He was not praying. वो प्रार्थना नहीं कर रहा When you know your commission, जदों तुसी अपनी सेवकाई जानदे हो you don't have to pray. ਤੁਹਾਨੂੰ प्रार्थना करन दी You have a लोड़ नहीं है। power ਤੁਹਾਡੇ ਕੋਲ ਸ਼ਕਤੀ ਹੈ to speak the word. ਤੁਹਾਡੇ ਕੋਲ ਵਚਨ ਬੋਲਣ ਦੀ ਸ਼ਕਤੀ ਹੈ Joshua knew this. ਯੋਸ਼ੁਆ ਜਾਣਦਾ ਸੀ He spoke the word. ਉਹ ਵਚਨ ਬੋਲਿਆ Sun, stand still. ਔਰ ਸੂਰਜ ਉੱਥੇ ਰੁਕ ਗਿਆ Moon, stand still. ਔਰ ਚੰਦਰਮਾ ਉੱਥੇ ਰੁਕ ਗਿਆ Brother Branham said ਭਾਈ ਬ੍ਰਾਨਮ ਨੇ ਕਿਹਾ he was in the line of duty. ਉਹ ਆਪਣੀ ਡਿਊਟੀ ਲਾਈਨ ਦੇ ਵਿੱਚ ਸੀ He knew his commission. ਉਹ ਆਪਣੀ ਸੇਵਕਾਈ ਦੇ ਵਿੱਚ ਸੀ Samson knew it. ਉਹ ਜਾਣਦਾ ਸੀ Samson knew it. ਸਮਸੂਨ ਜਾਣਦਾ ਸੀ That is why when he took the jawbone of an ass, ਇਸੇ ਕਰਕੇ ਜਦ ਉਹਨੇ ਗਧੇ ਦਾ ਚਬਾੜਾ ਆਪਣੇ ਹੱਥ ਲਿਆ which is a very weak thing, ਜੋ ਕਿ ਬੜੀ ਕਮਜ਼ੋਰ ਚੀਜ਼ ਹੈ yet the weak thing smashed the helmets of 1,000 Philistines. ਜਦ ਕਿ ਉਸ ਕਮਜ਼ੋਰ ਚੀਜ਼ ਨੇ ਵੀ ਫਿਲਿਸਤੀਨੀਆਂ ਦੇ ਹਜ਼ਾਰਾਂ ਮਾਰ ਦਿੱਤੇ What am I saying? ਜੋ ਕੁਝ ਉਹ ਕਹਿੰਦਾ ਹੈ What am I saying? ਜੋ ਮੈਂ ਕਹਿ ਰਿਹਾ ਹਾਂ What is that in your hand? ਤੁਹਾਡੇ ਹੱਥ ਵਿੱਚ ਕੀ ਹੈ Whatever it is, ਜੋ ਕੁਝ ਵੀ ਹੈ even if you know one verse, ਜੇਕਰ ਤੁਹਾਡੇ ਕੋਲ ਇੱਕ ਹੀ ਵਚਨ ਹੈ if you know one quote, ਜੇਕਰ ਤੁਹਾਨੂੰ ਇੱਕ ਹੀ ਹਵਾਲਾ ਆਉਂਦਾ ਹੈ in the hour of crisis, in the hour of crisis, ਔਰ ਪਰੇਸ਼ਾਨੀ ਕੇ ਸਮੇਂ में you can operate it ਤੁਸੀਂ ਉਹਨੂੰ ਆਪਰੇਟ ਭਾਵ ਵਰਤ ਸਕਦੇ ਹੋ using your commission. ਆਪਣੀ ਆਗਿਆ ਨੂੰ ਇਸਤੇਮਾਲ ਕਰੋ Bride, ਦੁਲਹਨ today morning I ask you, ਅੱਜ ਸਵੇਰ ਮੈਂ ਤੁਹਾਨੂੰ ਪੁੱਛਦਾ ਹਾਂ what is your commission? ਤੁਹਾਡੀ ਸੇਵਕਾਈ ਕੀ ਹੈ To write ਲਿਖਣਾ or to speak? ਜਾਂ ਬੋਲਣਾ If it is speak, ਉਹਨੇ ਕਿਹਾ ਬੋਲ if it is speak, ਜੇ ਤੁਸੀਂ ਬੋਲੋ then let me tell you something. ਫਿਰ ਮੈਂ ਤੁਹਾਨੂੰ ਦੱਸਦਾ ਹਾਂ When you are in your duty, ਜਦੋਂ ਤੁਸੀਂ ਆਪਣੇ ਕਰਤੱਵ ਦੇ ਵਿੱਚ ਹੋ when you have eaten the book, ਜਦੋਂ ਤੁਸੀਂ ਕਿਤਾਬ ਖਾ ਲਈ ਹੈ when you're working in the ministry, ਜਦੋਂ ਤੁਸੀਂ ਸੇਵਕਾਈ ਦੇ ਵਿੱਚ ਹੋ and you face a problem, ਔਰ ਤੁਹਾਨੂੰ ਸਮੱਸਿਆ ਆ ਜਾਂਦੀ ਹੈ and you know this is problem facing in the ministry, ਔਰ ਤੁਹਾਨੂੰ ਪਤਾ ਹੈ ਕਿ ਸੇਵਕਾਈ ਦੇ ਵਿੱਚ ਇਹ ਸਮੱਸਿਆ ਹੈ you don't have to pray for that. ਤੁਹਾਨੂੰ ਪ੍ਰਾਰਥਨਾ ਕਰਨ ਦੀ ਲੋੜ ਨਹੀਂ Just speak the word, ਬਸ ਵਚਨ ਬੋਲੋ and I can tell you, ਔਰ ਮੈਂ ਤੁਹਾਨੂੰ ਦੱਸਦਾ ਹਾਂ it will happen. ਔਰ ਇਹ ਚਲਾ ਜਾਏਗਾ Just show the token. ਔਰ ਸਿਰਫ ਆਪਣਾ ਟੋਕਨ ਦਿਖਾਓ Just show that life, ਔਰ ਸਿਰਫ ਉਹ ਜ਼ਿੰਦਗੀ ਵਿਖਾਓ and just speak the word. ਔਰ ਵਚਨ ਨੂੰ ਬੋਲੋ You can speak healing. ਔਰ ਤੁਸੀਂ ਚੰਗਾਈ ਬੋਲ ਸਕਦੇ ਹੋ You can create. You can create. ਤੁਸੀਂ ਰਚਨਾ ਕਰ ਸਕਦੇ ਹੋ You can speak into existence. ਔਰ ਤੁਸੀਂ ਬੋਲ ਸਕਦੇ ਹੋ Why? ਕਿਸੇ ਵੀ ਸਥਿਤੀ ਵਿੱਚ Why? ਕਿਉਂ Listen, man. ਸੁਣੋ Amitabh Bachchan is not commissioned. ਅਮਿਤਾਭ ਬੱਚਨ ਦੀ ਕੋਈ ਸੇਵਕਾਈ ਨਹੀਂ ਹੈ This mighty angel did not commission Shah Rukh Khan. ਇਸ ਮਹਾਬਲੀ ਦੂਤ ਨੇ ਸ਼ਾਹਰੁਖ ਖਾਨ ਨੂੰ ਕੋਈ ਸੇਵਕਾਈ ਨਹੀਂ ਦਿੱਤੀ He did not commission Prime Minister. ਉਹਨੇ ਪ੍ਰਾਈਮ ਮਿਨਿਸਟਰ ਨੂੰ ਕੋਈ ਸੇਵਕਾਈ ਨਹੀਂ ਦਿੱਤੀ He did not commission the political heads. ਉਹਨੇ ਰਾਜਨੀਤਿਕ ਲੋਕਾਂ ਨੂੰ ਸੇਵਕਾਈ ਨਹੀਂ ਦਿੱਤੀ He didn't commission everybody. ਉਹਨੇ ਹਰ ਇੱਕ ਨੂੰ ਸੇਵਕਾਈ ਨਹੀਂ ਦਿੱਤੀ He gave you the book. ਉਹਨੇ ਤੁਹਾਨੂੰ ਕਿਤਾਬ ਦਿੱਤੀ ਹੈ He gave you a commission. ਉਹਨੇ ਤੁਹਾਨੂੰ ਸੇਵਕਾਈ ਦਿੱਤੀ ਹੈ Then he has given you a power. ਔਰ ਉਹਨੇ ਤੁਹਾਨੂੰ ਸ਼ਕਤੀ ਦਿੱਤੀ ਹੈ Eat the book ਉਹਨੇ ਕਿਹਾ ਕਿਤਾਬ ਨੂੰ ਖਾ ਲੈ and speak the word. ਔਰ ਵਚਨ ਨੂੰ ਬੋਲ We are living in a time ਤੁਸੀਂ ਉਸ ਸਮੇਂ ਵਿੱਚ ਹੋ of the third pole, ਤੀਸਰੇ ਖਿਚਾਵ ਦੇ ਦਿਨਾਂ ਵਿੱਚ under the new commission. ਨਵੀਂ ਆਗਿਆ ਦੇ ਵਿੱਚ ਆਮੇਨ Praise the Lord. When God changed Elijah's ministry, ਜਦੋਂ ਖੁਦਾ ਨੇ ਏਲੀਆ ਦੀ ਸੇਵਕਾਈ ਨੂੰ ਬਦਲ ਦਿੱਤਾ he brought Elisha with him. ਉਹਨੇ ਅਲੀਸ਼ਾ ਨੂੰ ਉਹਦੇ ਨਾਲ ਖੜਾ ਕਰ ਦਿੱਤਾ When God changed Moses' ministry, ਜਦੋਂ ਖੁਦਾ ਨੇ ਮੂਸਾ ਦੀ ਸੇਵਕਾਈ ਬਦਲੀ he brought Joshua with him. ਉਹਨੇ ਜੋਸ਼ੂਆ ਉਹਦੇ ਨਾਲ ਖੜਾ ਕਰ ਦਿੱਤਾ When Jesus died, ਜਦੋਂ ਯਿਸੂ ਮਰ ਗਿਆ the church took over.
ਔਰ ਉਹਨੇ ਕਲੀਸਿਆ ਨੇ ਉਸ ਗੱਲ ਨੂੰ ਸੰਭਾਲ ਲਿਆ ਉਸ ਕੰਮ ਨੂੰ When the Son of Man came in this age, ਜਦੋਂ ਮਨੁੱਖ ਦਾ ਪੁੱਤਰ ਇਸ ਯੁੱਗ ਵਿੱਚ ਆਇਆ and when Brother Branham left the scene, ਔਰ ਭਾਈ ਬ੍ਰਾਨਮ ਸੀਨ ਤੋਂ ਚਲਾ ਗਿਆ John took over. ਯੋਹੰਨਾ ਸੀਨ ਤੇ ਆ ਗਿਆ 10:7 is gone. ਔਰ ਜਦੋਂ Revelation 10:7 is gone. ਜਦੋਂ ਪ੍ਰਕਾਸ਼ ਦੀ ਪੋਥੀ 10:7 ਚਲੀ ਗਈ He is on the other side. ਹੁਣ ਉਹ ਦੂਸਰੇ ਪਾਸੇ ਹੈ But 10:8 is here. ਪਰ 10 ਦੀ 8 ਇੱਥੇ ਹੈ 10:8 to 11 is here now. 10 ਦੀ 8 ਤੋਂ 11 ਤੱਕ ਇੱਥੇ ਹੈ This is your commission. ਇਹ ਤੁਹਾਡੀ ਆਗਿਆ ਹੈ Eat the book ਕਿਤਾਬ ਨੂੰ ਖਾ ਲੈ and speak the word. ਔਰ ਵਚਨ ਨੂੰ ਬੋਲ This is your revival. ਇਹ ਤੁਹਾਡੀ ਬੇਦਾਰੀ ਹੈ Are you listening, please? ਕੀ ਤੁਸੀਂ ਸੁਣ ਰਹੇ ਹੋ This is the new commission. ਇਹ ਨਵੀਂ ਸੇਵਕਾਈ ਹੈ Read the whole book of Revelation. ਪ੍ਰਕਾਸ਼ ਦੀ ਪੋਥੀ ਸਾਰੀ ਕਿਤਾਬ ਪੜੋ After that, ਉਸ ਦੇ ਬਾਅਦ John never received another commission. ਉਹਦੇ ਤੋਂ ਬਾਅਦ ਯੋਹੰਨਾ ਨੂੰ ਕੋਈ ਨਵੀਂ ਸੇਵਕਾਈ ਨਹੀਂ ਮਿਲੀ That was the last commission. ਇਹੀ ਆਖਰੀ ਆਗਿਆ ਸੀ Eat the book. ਕਿਤਾਬ ਨੂੰ ਖਾ When did that commission come? ਜਦੋਂ ਇਹ ਆਗਿਆ ਕਦੋਂ ਆਈ When the seals were opened. ਜਦੋਂ ਮੋਹਰਾਂ ਖੁੱਲ ਗਈਆਂ That is why ਇਸੇ ਕਰਕੇ Mark 16, ਮਰਕੁਸ 16 Revelation 10:8 to 11 ਔਰ ਪ੍ਰਕਾਸ਼ ਦੀ ਪੋਥੀ 10 8 ਤੋਂ 11 are parallel scriptures. ਇਹ ਮਿਲਦੇ ਜੁਲਦੇ ਵਚਨ ਹਨ That was the first coming. ਉਹ ਪਹਿਲੀ ਆਮਦ ਸੀ This is the second coming. ਇਹ ਦੂਸਰੀ ਆਮਦ ਹੈ Speak the word. ਵਚਨ ਨੂੰ ਬੋਲ If you know your commission. ਜੇਕਰ ਤੁਸੀਂ ਆਪਣੀ ਸੇਵਾ ਜਾਣਦੇ ਹੋ That is why the Bible says ਇਸੇ ਕਰਕੇ ਬਾਈਬਲ ਕਹਿੰਦੀ ਹੈ we are called according to his purpose. ਇਸੇ ਕਰਕੇ ਬਾਈਬਲ ਕਹਿੰਦੀ ਅਸੀਂ ਉਹਦੀ ਇੱਛਾ ਦੇ ਮੁਤਾਬਕ ਬੁਲਾਏ ਗਏ ਹਾਂ Can you say amen? ਕੀ ਤੁਸੀਂ ਆਮੀਨ ਕਹਿ ਸਕਦੇ ਹੋ Did you understand your commission? ਕੀ ਤੁਸੀਂ ਆਪਣੀ ਸੇਵਾ ਸਮਝ ਗਏ ਹੋ Praise the Lord Take the book. ਕਿਤਾਬ ਨੂੰ ਲਓ I can see some old people. ਮੈਂ ਇੱਥੇ ਕੁਝ ਬਜ਼ੁਰਗ ਲੋਕ ਵੇਖਦਾ ਹਾਂ They will say, ਇਹ ਕਹਿਣਗੇ we don't know how to read and write. ਉਹ ਅਸੀਂ ਤੇ ਪੜ੍ਹਨਾ ਲਿਖਣਾ ਜਾਣਦੇ ਹੀ ਨਹੀਂ ਹੈ You don't have to, sister. ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ You can hear it. ਤੁਸੀਂ ਸੁਣ ਸਕਦੇ ਹੋ But I don't have anybody. ਉਹ ਮੇਰੇ ਕੋਲ ਕੋਈ ਹੈ ਨਹੀਂ We have various ways. ਸਾਡੇ ਕੋਲ ਬਹੁਤ ਸਾਰੇ ਤਰੀਕੇ ਹਨ ਸੁਣਨ ਦੇ And you'll have a way of hearing the message. ਤੁਹਾਡੇ ਕੋਲ ਬਹੁਤ ਸਾਰੇ ਤਰੀਕੇ ਹਨ ਸੰਦੇਸ਼ ਸੁਣਨ ਦੇ Somebody will say, but I am this. ਕੋਈ ਕਹਿ ਸਕਦਾ ਮੈਂ ਤੇ ਅੰਗੂਠਾ ਛਾਪ ਹਾਂ How can I read the book? ਮੈਂ ਕਿਵੇਂ ਕਿਤਾਬ ਪੜਾਂ Let me say something. ਮੈਨੂੰ ਕੁਝ ਕਹਿ ਲੈਣ ਦਿਓ You can hear the book. ਤੁਸੀਂ ਕਿਤਾਬ ਸੁਣ ਸਕਦੇ ਹੋ It is to be read and it is to be heard. ਇਹ ਸੁਣਿਆ ਵੀ ਜਾ ਸਕਦਾ ਤੇ ਪੜਿਆ ਵੀ ਜਾ ਸਕਦਾ His first commission was for 7 church ages. ਉਹਦੀ ਪਹਿਲੀ ਆਗਿਆ 7 ਕਲੀਸਿਆ ਕਾਲਾਂ ਦੇ ਲਈ ਸੀ But his second commission was for the whole world. ਔਰ ਉਹਦੀ ਦੂਸਰੀ ਆਗਿਆ ਜੋ ਸੀ ਪੂਰੇ ਜਹਾਨ ਦੇ ਲਈ ਸੀ Which was in his time. ਜੋ ਕਿ ਉਹਦੇ ਸਮੇਂ ਦੇ ਵਿੱਚ ਸੀ Bride talking to the 7 ages. Bride talking to the 7 ages. ਦੁਲਹਨ 7 ਯੁੱਗਾਂ ਨੂੰ ਬੋਲ ਰਹੀ ਸੀ That is over. ਇਹ ਹੋ ਚੁੱਕਾ But when the book opened, ਜਦੋਂ ਕਿਤਾਬ ਖੁੱਲ ਗਈ the book opened the present tense. ਜਦੋਂ ਕਿਤਾਬ ਖੁੱਲ ਗਈ ਕਿਤਾਬ ਨੇ ਪ੍ਰੈਜ਼ੈਂਟ ਭਾਵ ਵਰਤਮਾਨ ਸਥਿਤੀ ਨੂੰ ਖੋਲ ਦਿੱਤਾ And what is the present tense? ਔਰ ਵਰਤਮਾਨ ਕੀ ਹੈ Take the book, ਕਿਤਾਬ ਨੂੰ ਲੈ eat it up, ਔਰ ਇਹਨੂੰ ਖਾ ਲੈ speak the word. ਵਚਨ ਨੂੰ ਬੋਲ That is the commission ਇਹੀ ਆਗਿਆ ਹੈ to all the world. ਪੂਰੇ ਸੰਸਾਰ ਦੇ ਲਈ And when you do that, ਜਦੋਂ ਤੁਸੀਂ ਇਹ ਕਰਦੇ ਹੋ one day the rapture will be over. ਇੱਕ ਦਿਨ ਉਠਾਇਆ ਜਾਣਾ ਹੋ ਜਾਵੇਗਾ Now, if you understand your commission, ਜੇਕਰ ਤੁਸੀਂ ਆਪਣੀ ਸੇਵਕਾਈ ਸਮਝੋ it is your commission, ਇਹ ਤੁਹਾਡੀ ਆਗਿਆ ਹੈ then you understand. ਫਿਰ ਤੁਸੀਂ ਸਮਝੋਗੇ In Greensmill, Indiana, ਜਦੋਂ ਗ੍ਰੀਨਸ ਮਿਲ ਇੰਡੀਆਨਾ ਦੇ ਵਿੱਚ when angel came and gave Brother Branham the commission, ਜਦੋਂ ਦੂਤ ਆਇਆ ਤੇ ਭਾਈ ਬ੍ਰਾਹਨਮ ਨੂੰ ਆਗਿਆ ਦਿੱਤੀ many others became a part of that commission. ਬਹੁਤ ਸਾਰੇ ਉਸ ਸੇਵਕਾਈ ਦੇ ਹਿੱਸੇਦਾਰ ਬਣ ਗਏ Now, this excites me. ਇਹ ਗੱਲ ਮੈਨੂੰ ਉਤੇਜਨਾ ਨਾਲ ਭਰਦੀ ਹੈ Now, same Brother Branham, ਉਹੀ ਭਾਈ ਬ੍ਰਾਹਨਮ when he went to Sunset Mountain, ਜਦੋਂ ਉਹ ਸਨਸੈਟ ਪਹਾੜ ਉੱਤੇ ਚਲਾ ਗਿਆ about 8 o'clock in the morning, ਔਰ ਇਹ 8 ਵਜੇ ਦਾ ਸਮਾਂ ਸੀ ਸਵੇਰ ਦਾ he's picking a cocklebar from his trouser. ਔਰ ਉਹ ਆਪਣੇ ਪਜਾਮੇ ਦੇ ਵਿੱਚੋਂ ਕੁਝ ਪੁੱਠ ਕੰਡੇ ਕੱਢ ਰਿਹਾ ਸੀ There is a blast.
ਔਰ ਉਥੇ ਇੱਕ ਧਮਾਕਾ ਹੋਇਆ and 7 angels came from west. ਔਰ ਉਥੋਂ ਪੱਛਮ ਦੇ ਵਿੱਚੋਂ 7 ਦੂਤ ਆ ਗਏ And Brother Branham was picked up. ਔਰ ਭਾਈ ਬ੍ਰਾਨਮ ਉਠਾ ਲਿਆ ਗਿਆ Go back ਔਰ ਉਹਨੂੰ ਕਿਹਾ ਵਾਪਸ ਜਾ and preach the seals. ਔਰ ਮੋਹਰਾਂ ਦਾ ਪ੍ਰਚਾਰ ਕਰ Who is a part of that commission? ਉਸ ਆਗਿਆ ਦਾ ਹੁਣ ਕੌਣ ਹਿੱਸਾ ਹੈ The commission that came on sunset. ਜੋ ਆਗਿਆ ਜੋ ਸੇਵਕਾਈ ਪਹਾੜ ਉੱਤੇ ਆਈ Who is a part of that? ਉਸ ਸੇਵਕਾਈ ਦਾ ਹਿੱਸਾ ਕੌਣ ਹੈ You ਤੁਸੀਂ and me. ਅਤੇ ਮੈਂ God saw us. ਖੁਦਾ ਨੇ ਸਾਨੂੰ ਵੇਖਿਆ And let me tell you, ਮੈਂ ਤੁਹਾਨੂੰ ਦੱਸਣਾ ਚਾਹੁੰਦਾ we ਹਾਂ are finishing it ਅਸੀਂ ਇਹਨੂੰ ਸਮਾਪਤ ਕਰ ਰਹੇ ਹਾਂ because the message is ready to go to Israel. ਕਿਉਂਕਿ ਹੁਣ ਮੈਸੇਜ ਇਸਰਾਇਲ ਵੱਲ ਜਾਣ ਵਾਲਾ ਹੈ India is receiving its revival. ਭਾਰਤ ਨੂੰ ਹੁਣ ਬੇਦਾਰੀ ਮਿਲ ਰਹੀ ਹੈ Soon it will be over. ਔਰ ਇਹ ਕਦੇ ਸਮਾਪਤ ਹੋਣ ਵਾਲੀ ਹੈ And the message will turn to Israel. ਔਰ ਸੰਦੇਸ਼ ਇਸਰਾਇਲ ਵੱਲ ਚਲਾ ਜਾਏਗਾ But before that, ਪਰ ਇਸ ਤੋਂ ਪਹਿਲਾਂ there has to be a rapture. ਉਠਾਇਆ ਜਾਣਾ ਹੋਣਾ ਹੈ My brother and sister, ਮੇਰੀਓ ਭੈਣੋ ਤੇ ਮੇਰੇ ਭਰਾਓ we are living in the time of the finishing of the commission. ਅਸੀਂ ਸੇਵਕਾਈ ਦੇ ਅੰਤ ਤੇ ਆ ਚੁੱਕੇ ਹਾਂ When the commission is about finished. ਜਦੋਂ ਸੇਵਕਾਈ ਸਮਾਪਤ ਹੋਣ ਵਾਲੀ ਹੈ Just recently, ਹੁਣੇ ਹੀ ਤਾਜੀ ਖਬਰ ਹੈ Ethiopia received the end time message. ਇਥੋਪੀਆ ਨੇ ਅੰਤ ਸਮੇਂ ਦਾ ਸੰਦੇਸ਼ ਕਬੂਲ ਕਰ ਲਿਆ That same Ethiopia, ਉਹੀ ਇਥੋਪੀਆ which in the book of Acts received the message through the eunuch, ਔਰ ਜੁਨੀਕਾ ਦੇ ਦੁਆਰਾ ਜਿਸ ਇਥੋਪੀਆ ਨੇ ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਸੰਦੇਸ਼ ਪਾਇਆ and later on it was lost. ਔਰ ਬਾਅਦ ਵਿੱਚ ਉਹ ਬੈਕਸਲਾਈਡ ਹੋ ਗਏ ਗੁੰਮ ਹੋ ਗਏ But now, ਪਰ ਹੁਣ Ethiopia has received this message. ਇਥੋਪੀਆ ਨੇ ਫਿਰ ਸੰਦੇਸ਼ ਗ੍ਰਹਿਣ ਕਰ ਲਿਆ ਹੈ Every place of this world has been evangelized. ਔਰ ਇਸ ਜਗਤ ਦੇ ਹਰੇਕ ਕੋਨੇ ਉਤੇ ਸੰਦੇਸ਼ ਦਾ ਪ੍ਰਚਾਰ ਕਰ ਦਿੱਤਾ ਗਿਆ ਹੈ I can say it very clearly. ਮੈਂ ਇਹ ਬੜਾ ਸਾਫ਼ ਤੁਹਾਨੂੰ ਕਹਿਣਾ ਚਾਹਾਂਗਾ When some end time message believers went to Reykjavik to the North Pole, Excuse me. when they went to Iceland in the North Pole, ਔਰ ਜਦੋਂ ਐਂਡ ਟਾਈਮ ਮੈਸੇਜ ਦੇ ਲੋਕ ਨਾਰਥ ਪੂਲ ਆਈਸਲੈਂਡ ਦੇ ਵਿੱਚ ਗਏ and you know how they live in ice houses. ਔਰ ਤੁਹਾਨੂੰ ਪਤਾ ਉਹ ਬਰਫ਼ ਦੇ ਘਰਾਂ ਵਿੱਚ ਕਿਵੇਂ ਰਹੇ They had just gone there, ਪਰ ਉਹ ਜਸ ਉੱਥੇ ਚਲੇ ਗਏ and from one igloo, which is a ice house, ਔਰ ਉਹਨਾਂ ਨੇ ਇੱਕ ਬਰਫ਼ ਦਾ ਘਰ ਬਣਾ ਲਿਆ they didn't make it when they were going on the way. ਓਕੇ ਜਦੋਂ ਜਾ ਰਹੇ ਸੀ ਬਰਫ਼ ਦੇ ਵਿੱਚ ਉਹਨਾਂ ਨੂੰ ਰਾਸਤਾ ਤੱਕ ਨਹੀਂ ਸੀ ਲੱਭ ਰਿਹਾ In from one of those ice houses, the voice of Brother Branham was coming out. ਔਰ ਉਹਨਾਂ ਬਰਫ਼ ਦੇ ਹੌਲਾਂ ਦੇ ਵਿੱਚੋਂ ਇੱਕ ਹੌਲ ਵਿੱਚੋਂ ਭਾਈ ਬ੍ਰਾਨਮ ਦੀ ਆਵਾਜ਼ ਆ ਰਹੀ ਸੀ Somebody was believing the message there. ਕੋਈ ਨਾ ਕੋਈ ਉਥੇ ਸੰਦੇਸ਼ ਦਾ ਵਿਸ਼ਵਾਸੀ ਸੀ At the North Pole, ਉਸ ਨਾਰਥ ਪੂਲ ਦੇ ਵਿੱਚ every place has been covered. ਹਰੇਕ ਏਰੀਏ ਨੂੰ ਕਵਰ ਕਰ ਲਿਆ ਗਿਆ ਹੈ And we are finishing the commission. ਔਰ ਹੁਣ ਅਸੀਂ ਆਗਿਆ ਦੀ ਸਮਾਪਤੀ ਤੇ ਹਾਂ What is left? ਹੁਣ ਕੀ ਰਹਿ ਗਿਆ The going home of the bride. ਹੁਣ ਸਿਰਫ ਜਾਣਾ ਹੀ ਰਹਿ ਗਿਆ ਹੈ And if you can understand that, ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਓ just pick up the book, ਕਿਤਾਬ ਨੂੰ ਲਓ eat it up, ਔਰ ਇਹਨੂੰ ਖਾ ਲਓ and just speak the word. ਔਰ ਵਚਨ ਨੂੰ ਬੋਲੋ It's a word of prophecy, ਇਹ ਭਵਿੱਖਬਾਣੀ ਦਾ ਵਚਨ ਹੈ and it will happen. ਔਰ ਇਹ ਹੋਵੇਗਾ May God really bless you. ਖੁਦਾ ਤੁਹਾਨੂੰ ਸੱਚ ਵਿੱਚ ਬਰਕਤ ਦੇਵੇ Amen. I'll call Amen. Pastor Surinder. ਮੈਂ ਪਾਸਟਰ ਸੁਰਿੰਦਰ ਨੂੰ ਬੁਲਾਉਂਦਾ ਹਾਂ God bless you all. ਖੁਦਾ ਤੁਹਾਨੂੰ ਸਭ ਨੂੰ ਬਰਕਤ ਦੇਵੇ God bless you, brother. Wonderful message.